ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਪੰਜਾਬ 'ਚ ਚੋਣਾਂ ਦੀ ਵੋਟਾਂ ਪੈ ਚੁੱਕੀਆਂ ਨੇ। ਜੋ ਰਾਜਨੀਤਿਕ ਪਾਰਟੀਆਂ ਆਪਣੀ ਕਿਸਮਤ ਅਜ਼ਮਾ ਰਹੀਆਂ ਨੇ, 10 ਮਾਰਚ ਨੂੰ ਪਤਾ ਲੱਗੇਗਾ ਕਿ ਕੀ ਹੋਣਾ ਹੈ ਤੇ ਊਠ ਕਿਸ ਕਰਵਟ ਬੈਠਦਾ ਹੈ। ਪਰ ਇਹ ਚੋਣਾਂ ਕੀ ਬਹੁਤ ਨਿਰਣਾਇਕ ਸਨ, ਕਿ ਇਹ ਕਿਸੇ ਖਾਸ ਮੁੱਦੇ 'ਤੇ ਕੇਂਦਰ ਸਨ? ਇਹਨਾਂ ਸਾਰਿਆਂ ਵਿਸ਼ਿਆਂ ਨੂੰ ਜਦੋਂ ਅਸੀਂ ਵੇਖਦੇ ਹਾਂ, ਵਿਚਾਰਦੇ ਹਾਂ, ਤਾਂ ਕਈ ਤਰ੍ਹਾਂ ਦੇ ਜਿਹੜੇ ਨਿਰਾਰਥਕ ਪੱਖ ਵੀ ਸਾਹਮਣੇ ਆਉਂਦੇ ਨੇ, ਜਿਨ੍ਹਾਂ 'ਤੇ ਗੌਰ ਕਰਨੀ ਬਣਦੀ ਹੈ। ਕਿਉਂਕਿ ਜਦੋਂ ਕਿਸੇ ਖਿੱਤੇ ਦੇ ਲੋਕਾਂ ਦੇ ਅੰਦਰ ਜਾਗਰੂਕਤਾ ਦੀ ਥਾਂ 'ਤੇ ਕੁਝ ਖਾਸ ਕਿਸਮ ਦਾ ਮਾਦਾ ਭਾਰੂ ਹੋ ਜਾਏ ਤਾਂ ਫਿਰ ਕੀ ਹੁੰਦਾ ਹੈ? ਫਿਰ ਕਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਆਪਣਾ ਮਫਾਦ ਪੂਰਾ ਕਰਦੀਆਂ ਨੇ, ਕਿਸ ਤਰੀਕੇ ਦੇ ਨਾਲ ਉਹ ਇੱਕ ਖਾਸ ਕਿਸਮ ਦੀ ਰਾਜਨੀਤੀ ਖੇਡਦੀਆਂ ਨੇ ਜਿਹੜੇ ਕਿ ਗੁਲਾਮ ਤੇ ਦੁਬੇਲ ਬਣਾਉਣ ਵਾਲੀ ਹੁੰਦੀ ਹੈ। ਇਸ ਸਾਰੇ ਦੌਰ ਦੇ ਵਿੱਚ ਇੱਕ ਖਾਸ ਘਟਨਾ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਹੈ ਨੌਜਵਾਨ ਦੀਪ ਸਿੱਧੂ ਦਾ ਵਿਛੋੜਾ। ਦੀਪ ਸਿੱਧੂ ਉਰਫ ਸੰਦੀਪ ਸਿੰਘ ਸਿੱਧੂ, ਜਿਹੜਾ ਕਿ ਪੰਜਾਬ ਦਾ ਜਨਮਿਆ ਅਤੇ ਬਾਅਦ ਦੇ ਵਿੱਚ ਬੰਬੇ ਰਿਹਾ, ਵਕਾਲਤ ਕੀਤੀ, ਇੰਗਲੈਂਡ ਤੋਂ ਵੀ ਪੜ੍ਹਾਈ ਕੀਤੀ, ਕਈ ਕਿਸਮ ਦੇ ਜਿਹੜੇ ਆਪਣੀ ਕਾਮਯਾਬੀ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਵੀ ਉਸ ਨੇ ਆਪਣੇ ਰੋਲ ਵੀ ਨਿਭਾਏ, ਅਦਾਕਾਰੀ ਵੀ ਕੀਤੀ, ਹੋਰ ਬਹੁਤ ਕੁਝ ਕੀਤਾ। ਪਰ ਇੱਕ ਸਮਾਂ ਆਇਆ ਕਿ ਉਸ ਨੇ ਕਿਸਾਨ ਸੰਘਰਸ਼ ਦੇ ਵਿੱਚ ਕੁੱਦਣ ਦਾ ਫੈਸਲਾ ਕੀਤਾ। ਉਸ ਵੇਲੇ ਕਈ ਤਰ੍ਹਾਂ ਦੀਆਂ ਦੀਪ ਸਿੱਧੂ ਦੇ ਬਾਰੇ ਚਰਚਾਵਾਂ ਹੋਈਆਂ, ਕਈ ਤਰ੍ਹਾਂ ਦੇ ਉਸ ਦੇ ਪਿਛੋਕੜ ਨੂੰ ਲੈ ਕੇ ਸਵਾਲ ਹੋਏ। ਪਰ ਹੌਲੀ ਹੌਲੀ ਉਸ ਦਾ ਜਿਹੜਾ ਪੱਖ ਸੀ ਉਹ ਉਜਾਗਰ ਹੁੰਦਾ ਗਿਆ। ਨਾਲ ਕਿਲੇ 'ਤੇ ਝੰਡੇ ਲਹਿਰਾਉਣ ਦੀ ਗੱਲ ਨੂੰ ਵੀ ਬੇਸ਼ੱਕ ਇੱਕ ਖਾਸ ਪ੍ਰਪੰਚ ਵਜੋਂ ਖਾਲਿਸਤਾਨੀ ਝੰਡੇ ਦਾ ਨਾਂ ਦੇ ਕੇ ਦੀਪ ਸਿੱਧੂ ਨੂੰ ਇੱਕ ਖਾਸ ਵਰਗ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਯਕੀਨਨ ਤੌਰ 'ਤੇ ਉਹ ਕੇਸਰੀ ਝੰਡਾ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾ ਰਾਜ ਦਾ ਸੀ। ਉਸ ਗੱਲ ਨੂੰ ਲੈ ਕੇ ਵੀ ਲੋਕਾਂ ਨੇ ਸਪਸ਼ਟ ਸੋਚ ਨੂੰ ਉਜਾਗਰ ਕੀਤਾ। ਉਸ ਤੋਂ ਮਗਰੋਂ ਜਿਸ ਤਰੀਕੇ ਨਾਲ ਦੀਪ ਸਿੱਧੂ ਪੰਜਾਬ ਦੀ ਇਸ ਇਲੈਕਸ਼ਨ ਦੇ ਵਿੱਚ ਸਰਗਰਮ ਹੋਇਆ, ਉਹ ਸਿਮਰਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਪ੍ਰਤੀ ਪ੍ਰਚਾਰ ਕਰ ਰਿਹਾ ਸੀ। ਐਨ ਚੋਣਾਂ ਤੋਂ ਕੁਝ ਦਿਨ ਪਹਿਲਾਂ ਇੱਕ ਬੜਾ ਭਿਆਨਕ ਹਾਦਸਾ ਹੋਇਆ, ਜਿਸ ਹਾਦਸੇ ਦੇ ਵਿੱਚ ਦੀਪ ਸਿੱਧੂ ਦੀ ਜਾਨ ਚਲੀ ਗਈ। ਇਸ ਹਾਦਸੇ ਬਾਰੇ ਬਹੁਤ ਸਾਰੀਆਂ ਸ਼ੰਕਾਵਾਂ ਵੀ ਨੇ, ਕਈ ਤਰ੍ਹਾਂ ਦੇ ਉਸ 'ਤੇ ਸਵਾਲ ਉੱਠ ਰਹੇ ਨੇ, ਕਈ ਤਰ੍ਹਾਂ ਦੀ ਜਾਂਚ ਦੀ ਮੰਗ ਚੱਲ ਰਹੀ ਹੈ। ਉਹ ਜੋ ਟਰੱਕ ਸੀ, ਕੀ ਉਸ ਦਾ ਕਾਰਨ ਸੀ, ਕਿਸ ਨੇ ਉਸ ਦੇ ਰਾਹੀਂ ਹਾਦਸਾ ਕਰਵਾਇਆ, ਕਿ ਉਹ ਟਰੱਕ ਕਿਸੇ ਖਾਸ ਵਿਧਾਇਕ ਜਾਂ ਸਾਬਕਾ ਵਿਧਾਇਕ ਉਸ ਦੀ ਕੰਪਨੀ ਦਾ ਸੀ, ਵਗੈਰਾ ਵਗੈਰਾ। ਪਰ ਉਸ ਦਾ ਜਾਣਾ ਸੰਸਾਰ ਭਰ ਦੇ ਵਿੱਚ ਬੈਠੇ ਪੰਜਾਬੀਆਂ, ਖਾਸ ਤੌਰ 'ਤੇ ਸਿੱਖਾਂ ਦੇ ਅੰਦਰ ਇੱਕ ਖਾਸ ਕਿਸਮ ਦੀ ਘਾਟ ਨੂੰ ਮਹਿਸੂਸ ਕਰਾ ਗਿਆ। ਉਸ ਦੀ ਚੇਤਨਾ ਅਤੇ ਉਸ ਦੇ ਪੱਖ ਬੜੇ ਪ੍ਰਤੱਖ ਸਨ, ਜਿਨ੍ਹਾਂ ਨੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਕੀ ਸੱਚ ਸਾਹਮਣੇ ਲਿਆਉਣਾ ਉਹ ਸਮਾਂ ਦੱਸੇਗਾ। ਪਰ ਇਸ ਦੇ ਨਾਲ ਨਾਲ ਇੱਕ ਵਿਰੋਧੀ ਜਿਹੜਾ ਪੈਂਤੜਾ ਸੀ, ਉਸਨੇ ਦੀਪ ਸਿੱਧੂ ਦੇ ਮਰਨ ਤੋਂ ਬਾਅਦ ਵੀ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਉਸ 'ਤੇ ਟੀਕਾ ਟਿੱਪਣੀਆਂ ਕੀਤੀਆਂ, ਉਸ ਦੇ ਪ੍ਰਤੀ ਜੋ ਨਫ਼ਰਤ ਦਾ ਵਾਇਸ ਸੀ ਉਹ ਪੇਸ਼ ਕੀਤਾ। ਇਹ ਸਾਰੀਆਂ ਗੱਲਾਂ ਵੀ ਅੱਜ ਗੌਰ ਕਰਨ ਵਾਲੀਆਂ ਨੇ। ਸੋ ਇਹਨਾਂ ਵਿਸ਼ਿਆਂ ਨੂੰ ਲੈ ਕੇ ਵਿਚਾਰ ਕਰਨੀ ਬੜੀ ਜ਼ਰੂਰੀ ਹੈ। ਕੁੱਲ ਮਿਲਾ ਕੇ ਇਸ ਦਾ ਜਿਹੜਾ ਪ੍ਰਭਾਵ ਹੈ ਸੰਸਾਰ ਭਰ ਦੇ ਵਿੱਚ ਜੋ ਪਿਆ ਹੈ, ਉਸ ਨੂੰ ਵੇਖਣਾ ਅਤੇ ਇੱਕ ਖਾਸ ਕਿਸਮ ਦੀ ਜਿਹੜੀ ਸੋਚ ਅਤੇ ਬਿਰਤਾਂਤ ਹੈ, ਕਿਸ ਪਾਸੇ ਵੱਲ ਨੂੰ ਜਾ ਰਿਹਾ, ਉਸ 'ਤੇ ਗੱਲ ਕਰਨੀ ਬੜੀ ਜ਼ਰੂਰੀ ਹੈ। ਸੋ ਇਸ ਵਿਸ਼ੇ 'ਤੇ ਵਿਚਾਰ ਕਰਨ ਲਈ ਸਾਡੇ ਨਾਲ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਸ਼ਾਮਲ ਨੇ, ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਰਸ਼ਨ ਜੀ, ਧੰਨਵਾਦ ਪਹੁੰਚਿਆ ਕਰਨ ਲਈ। ਸ਼ੁਕਰੀਆ ਜੀ। ਇਸ ਤੋਂ ਪਹਿਲਾਂ ਕਿ ਪੰਜਾਬ ਦੀਆਂ ਵੋਟਾਂ ਦੇ ਬਾਰੇ ਗੱਲ ਕਰੀਏ, ਜਿਸ ਤਰ੍ਹਾਂ ਦੀਪ ਸਿੱਧੂ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਅਤੇ ਉਸ ਤੋਂ ਬਾਅਦ ਸੰਸਕਾਰ ਤੋਂ ਮਗਰੋਂ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਦੇ ਵਿੱਚ ਇੱਕ ਖਾਸ ਕਿਸਮ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਇੱਕ ਚੇਤਨਾ, ਖਾਸ ਕਿਸਮ ਦਾ ਜੋਸ਼ ਦੇਖਣ ਨੂੰ ਮਿਲਿਆ। ਉਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਜਿਵੇਂ ਵੇਖਿਆ, ਉਸ ਦੇ ਬਾਰੇ ਵਿਚਾਰ ਸਾਂਝੇ ਕਰੋ। ਪਹਿਲੀ ਗੱਲ ਤਾਂ ਕਿ ਦੀਪ ਸਿੱਧੂ ਦੀ ਜਿਹੜੀ ਬੇਵਕਤ ਮੌਤ ਹੋਈ, ਉਸ ਦੇ ਨਾਲ ਜ਼ਾਹਰਾ ਤੌਰ 'ਤੇ ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਲੋਕ ਸੀਗੇ ਉਹ ਕਾਫੀ ਝੰਜੋੜੇ ਗਏ ਜੀ। ਔਰ ਅਸੀਂ ਵੇਖਦੇ ਹਾਂ ਕਿ ਇੱਥੇ ਸਰੀ ਵਿੱਚ, ਵੈਨਕੂਵਰ ਵਿੱਚ ਵੀ ਬਹੁਤ ਵੱਡੇ ਪੈਮਾਨੇ 'ਤੇ ਦੀਪ ਸਿੱਧੂ ਨੂੰ ਯਾਦ ਕੀਤਾ ਗਿਆ ਜੀ। ਸਰੀ ਵਿੱਚ ਜਿਹੜਾ ਖਾਸ ਤੌਰ 'ਤੇ 72 ਤੇ ਸਕਾਟ ਰੋਡ ਦੇ ਜਿਹੜਾ ਖੁੰਝੇ 'ਤੇ ਜਿੱਥੇ ਨੌਜਵਾਨ ਪੂਰਾ ਸਾਲ ਭਰ ਖੜ੍ਹਦੇ ਰਹੇ ਕਿਸਾਨਾਂ ਦੇ ਹੱਕ 'ਚ, ਉੱਥੇ ਮੋਮਬੱਤੀਆਂ ਬਾਲ ਕੇ ਉਸ ਨੂੰ ਯਾਦ ਕੀਤਾ ਗਿਆ। ਦਸ਼ਮੇਸ਼ ਗੁਰੂ ਘਰ ਵਿਖੇ ਐਤਵਾਰ ਨੂੰ ਬਕਾਇਦਾ ਮੋਮਬੱਤੀ ਮਾਲ ਦਾ ਆਯੋਜਨ ਹੋਇਆ। ਅਖੰਡ ਪਾਠ ਅਤੇ ਭੋਗ ਦਾ ਵੀ ਪ੍ਰੋਗਰਾਮ ਸੀਗਾ। ਸਰੀ ਡੈਲਟਾ ਗੁਰੂ ਘਰ ਦੇ ਜਿਹੜੇ ਨੌਜਵਾਨ ਉੱਥੋਂ ਕਾਫਲੇ ਲੈ ਕੇ ਗੱਡੀਆਂ ਦੇ ਸਰੀ ਤੋਂ ਵੈਨਕੂਵਰ ਦੇ ਭਾਰਤੀ ਸਫਾਰਤਖਾਨੇ ਦੇ ਬਾਹਰ ਤੱਕ ਗਏ। ਉੱਥੇ ਉਹਨਾਂ ਨੇ ਆਕਾਸ਼ ਗੁੰਜਾਊ ਨਾਅਰੇ ਵੀ ਲਾਏ, ਦੀਪ ਸਿੱਧੂ ਨੂੰ ਯਾਦ ਕੀਤਾ। ਈਵਨ ਨਿਊ ਵੈਸਟਮਿੰਸਟਰ ਸੁਖਸਾਗਰ ਸਾਹਿਬ ਗੁਰਦੁਆਰੇ 'ਚ ਵੀ ਯਾਦ ਕੀਤਾ ਗਿਆ। ਔਰ ਇਕੱਲਾ ਬ੍ਰਿਟਿਸ਼ ਗੁਰਮਤਿ ਦੀ ਗੱਲ ਨਹੀਂ ਮੈਂ ਕਰ ਰਿਹਾ,
ਪੂਰੇ ਕੈਨੇਡਾ ਵਿੱਚ, ਕੈਨੇਡਾ ਤੋਂ ਬਾਅਦ ਦੂਜੇ ਦੇਸ਼ਾਂ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਜਿੱਥੇ ਇੱਥੇ ਪੰਜਾਬੀ ਵੱਡੀ ਗਿਣਤੀ 'ਚ ਵਸਦੇ ਆ, ਉੱਥੇ ਦੀਪ ਸਿੱਧੂ ਦੀ ਯਾਦ 'ਚ ਕੋਈ ਨਾ ਕੋਈ ਸਮਾਗਮ ਰੱਖੇ ਗਏ ਨੇ ਜਾਂ ਕੋਈ ਨਾ ਕੋਈ ਇਕੱਤਰਤਾਵਾਂ ਹੋਈਆਂ ਨੇ। ਦੀਪ ਸਿੱਧੂ ਦੀ ਮੌਤ ਨਾਲ ਖਾਸ ਤੌਰ 'ਤੇ ਜਿਹੜੀ ਪੰਜਾਬ ਦੀ ਮਾਨਸਿਕਤਾ ਨੂੰ ਸੱਟ ਤਾਂ ਵੱਜੀ ਹੈ ਕਿ ਪੰਜਾਬ ਦੇ ਵਿੱਚ ਇੱਕ ਯੋਗ ਲੀਡਰ ਦੀ ਅਗਵਾਈ ਦੀ ਘਾਟ ਬੜੇ ਲੰਬੇ ਸਮੇਂ ਤੋਂ ਰੜਕਦੀ ਆ ਰਹੀ ਹੈ। ਤੁਸੀਂ ਚਾਹੇ ਡੀਪ ਸਿੱਧੂ ਦੀ ਪੋਲਿਟਿਕਸ ਨਾਲ ਅਗਰੀ ਕਰੋ ਨਾ ਕਰੋ, ਇੱਕ ਵੱਖਰਾ ਵਿਸ਼ਾ ਜੀ। ਸੰਜय ਜਰਨੈਲ ਸਿੰਘ ਭੰਡਾਰ ਦੀ ਅਗਵਾਈ ਨਾਲ, ਲੀਡਰਸ਼ਿਪ ਨਾਲ ਜਾਂ ਪੋਲਿਟਿਕਸ ਨਾਲ ਅਗਰੀ ਕਰੋ ਨਾ ਕਰੋ, ਇਹ ਵੱਖਰਾ ਵਿਸ਼ਾ। ਪਰ ਲੰਬੇ ਸਮੇਂ ਤੋਂ ਭਿੰਡਰਾਂਵਾਲਾ ਦੀ ਮੌਤ ਤੋਂ ਬਾਅਦ ਔਰ ਜਿਹੜਾ ਦੀਪ ਸਿੱਧੂ ਦੀ ਇਸ ਤਰ੍ਹਾਂ ਮੌਤ ਹੋਈ ਹੈ, ਉਹਦੇ ਵਿਚਕਾਰ ਜਿਹੜਾ ਟਾਈਮ ਦਾ ਅੰਤਰ ਵੇਖੋ। ਇੱਕ ਲੀਡਰ ਦੀ ਅਗਵਾਈ ਦੀ ਘਾਟ ਲੋਕਾਂ ਨੂੰ ਲੜਕਦੀ ਰਹੀ ਹੈ, ਇੱਕ ਖਲਾ ਲੋਕਾਂ ਦੇ ਸਾਹਮਣੇ ਸੀ। ਸੋ ਜੋ ਸੰਜय ਜਰਨੈਲ ਸਿੰਘ ਭੰਡਾਰ ਦੀ ਸ਼ਹੀਦੀ ਹੁੰਦੀ, ਉਸ ਤੋਂ ਬਾਅਦ ਇੱਕ ਖਲਾ ਪੈਦਾ ਹੋਇਆ। ਉਹ ਖਲਾ ਕਾਫੀ ਲੰਬੇ ਸਮੇਂ ਤੋਂ ਪੂਰਾ ਨਹੀਂ ਹੋ ਪਾ ਰਿਹਾ। ਸੋ ਗਾਏ ਬਗਾਏ ਕੁਛ ਲੀਡਰ ਆਉਂਦੇ ਨੇ, ਚਲੇ ਜਾਂਦੇ ਨੇ, ਕੋਈ ਆਸ ਦਿੰਦੇ ਨੇ, ਕਈ ਵਾਰੀ ਮਗਰੋਂ ਨਿਰਾਸ਼ ਵੀ ਕਰਦੇ ਨੇ। ਸੋ ਇਹੋ ਜਿਹਾ ਮਾਹੌਲ ਬਣਿਆ ਰਿਹਾ ਲੰਬੇ ਸਮੇਂ ਤੱਕ। ਸੋ ਇਸ ਤਰੀਕੇ ਨਾਲ ਜਦੋਂ ਦੀਪ ਸਿੱਧੂ ਦੀ ਮੌਤ ਹੁੰਦੀ ਹੈ, ਸੰਯੋਗ ਵਿੱਚ ਦੇਖੋ ਸੰਜय ਜਰਨੈਲ ਸਿੰਘ ਭੰਡਾਰ ਜੋ ਸ਼ਹੀਦ ਹੋਏ, ਉਹਨਾਂ ਦੀ ਉਮਰ 37 ਵਰ੍ਹਿਆਂ ਦੀ ਸੀ। ਦੀਪ ਸਿੰਘ ਸਿੱਧੂ ਦੀ ਮੌਤ ਵੀ 37 ਸਾਲ ਦੀ ਉਮਰ 'ਚ ਹੋਈ ਹੈ। ਸੋ ਲੋਕਾਂ ਨੇ ਕਈਆਂ ਨੇ ਪੈਰਲਲ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਦੋਨਾਂ ਦੇ ਵਿਚਾਲੇ, ਹਾਲਾਂਕਿ ਬਹੁਤ ਜ਼ਮੀਨ ਅਸਮਾਨ ਦਾ ਅੰਤਰ ਵੀ ਹੈ। ਬਿਲਕੁਲ, ਮੈਂ ਇਸ ਕਰਕੇ ਮੈਂ ਇਹਨਾਂ ਨੂੰ ਲਾਰੋ ਕੇ ਨਹੀਂ ਕਹੂੰਗਾ ਬਿਲਕੁਲ ਆਪਾਂ ਇੱਕੋ ਧਰਾਤਲ 'ਤੇ ਰੱਖ ਦਈਏ, ਪਰ ਜ਼ਮੀਨ ਅਸਮਾਨ ਦਾ ਅੰਤਰ ਵੀ ਹੈ। ਕਿਉਂਕਿ ਦੀਪ ਸਿੱਧੂ ਦੀ ਮੌਤ ਦੇ ਬਾਰੇ ਅਜੇ ਦਾਅਵੇ ਨਾਲ ਆਪਾਂ ਨਹੀਂ ਕਹਿ ਸਕਦੇ ਕਿ ਉਹ ਸੱਚਮੁੱਚ ਸਿਆਸੀ ਕਤਲ ਹੈ ਜਾਂ ਨਹੀਂ ਹੈ, ਉਹਨੂੰ ਸ਼ਹਾਦਤ ਮੰਨਿਆ ਜਾਵੇ ਜਾਂ ਨਾ ਮੰਨਿਆ ਜਾਵੇ, ਕਿਉਂਕਿ ਅਜੇ ਵੀ ਸ਼ੰਕਾਵਾਂ ਨੇ। ਪਰ ਇਹ ਜ਼ਰੂਰ ਹੈ ਕਿ ਜਾਂਚ ਹੋਣੀ ਚਾਹੀਦੀ, ਨੋ ਡਾਊਟ ਅਬਾਊਟ ਇਟ, ਕਿ ਜਿਹੜਾ ਮਾਮਲਾ ਪੂਰੀ ਤਰ੍ਹਾਂ ਸ਼ੰਕਾਮਈ ਹੈ। ਕਿਉਂਕਿ ਪੁਲਿਸ ਨੇ ਆਪਣੀਆਂ ਕਹਾਣੀਆਂ ਬਦਲੀਆਂ ਬਾਰ-ਬਾਰ, ਲੋਕਾਂ ਦੇ ਮਨਾਂ 'ਚ ਸ਼ੰਕਾਵਾਂ ਆਉਣੀਆਂ ਲਾਜ਼ਮੀ ਤੌਰ 'ਤੇ, ਕਿਉਂਕਿ ਜਦੋਂ ਐਡਾ ਵੱਡਾ ਪਿੱਛੇ ਕਿਸਾਨ ਅੰਦੋਲਨ ਚੱਲਿਆ, ਦੀਪ ਸਿੱਧੂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ, ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਸੋ ਸਟੇਟ ਦੀ ਨੂੰ ਰੜਕਦਾ ਸੀਗਾ, ਇਸ 'ਚ ਕੋਈ ਸ਼ੱਕ ਨਹੀਂ, ਅੰਦਰ ਵੀ ਰਹਿ ਕੇ ਆਇਆ। ਸੋ ਉਸ ਤਰ੍ਹਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਲਾਜ਼ਮੀ ਤੌਰ 'ਤੇ, ਪਰ ਫਿਰ ਵੀ ਆਪਾਂ ਦੋਨਾਂ ਸ਼ਖਸੀਅਤਾਂ ਨੂੰ ਆਪਾਂ ਇੱਕੋ ਧਰਾਤਲ 'ਤੇ ਰੱਖ ਕੇ ਨਹੀਂ ਦੇਖ ਸਕਦੇ। ਹਾਲਾਂਕਿ ਲੋਕ ਭਾਵਨਾਤਮਕ ਹੋ ਕੇ ਕਈ ਕੁਛ ਗੱਲਾਂ ਕਹਿ ਰਹੇ ਨੇ ਸੋਸ਼ਲ ਮੀਡੀਆ 'ਤੇ, ਪਰ ਮੈਂ ਕਹਿਣਾ ਚਾਹ ਰਿਹਾ ਕਿ ਇਹ ਗੱਲਾਂ ਇਸ ਗੱਲ ਦੀ ਸੂਚਕ ਨੇ ਕਿ ਇੱਕ ਕਮਿਊਨਿਟੀ ਦੇ ਸਾਹਮਣੇ ਇੱਕ ਲੀਡਰਸ਼ਿਪ ਦਾ ਖਲਾ ਹੈ, ਉਹ ਪੂਰਾ ਨਹੀਂ ਹੋ ਪਾ ਰਿਹਾ। ਸੋ ਵਿੱਚ ਵਿਚਾਲੇ ਜਿਹੜੇ ਲੀਡਰ ਉੱਠੇ ਨੇ, ਉਹਨਾਂ ਨੇ ਕਈ ਨਿਰਾਸ਼ਤਾ ਪੱਲੇ ਪਈ ਹੈ, ਚਾਹੇ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰ ਲਓ, ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਓ, ਭਗਵੰਤ ਮਾਨ ਦੀ ਗੱਲ ਕਰ ਲਓ। ਸੋ ਕਈਆਂ ਨੇ ਸੋਚਿਆ ਵੀ ਇਹ ਨਾਨ ਸੀਰੀਅਸ ਕਿਸਮ ਦੇ ਲੋਕ ਨੇ, ਸੁਹੇਰ ਦੇ ਹੈ ਨਹੀਂ, ਜਿਹੜੇ ਠੋਸ ਤਰੀਕੇ ਨਾਲ, ਜਿਹਨੂੰ ਕਹਿੰਦਾ ਕਿ ਅੜ ਕੇ ਗੱਲ ਨਹੀਂ ਕਰਦੇ ਸਰਕਾਰ ਦੇ ਨਾਲ, ਸਟੇਟ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰਦੇ। ਸੋ ਦੀਪ ਸਿੱਧੂ ਦੀ ਮੌਤ ਇਸ ਮੌਕੇ 'ਤੇ ਜਦੋਂ ਹੁੰਦੀ ਹੈ ਤਾਂ ਇਹੋ ਜਿਹੀ ਉਦਾਸੀ ਛਾਣੀ ਸੁਭਾਵਿਕ ਸੀਗੀ। ਸੋ ਮੈਨੂੰ ਘੱਟੋ ਘੱਟ ਹੈਰਾਨੀ ਕੋਈ ਨਹੀਂ ਹੋਈ। ਜਿਹੜੇ ਲੋਕ ਹੈਰਾਨ ਹੋ ਰਹੇ ਨੇ, ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਦੀਪ ਸਿੱਧੂ ਸੋਸ਼ਲ ਮੀਡੀਆ 'ਤੇ ਕਾਫੀ ਚਿਰ ਤੋਂ ਸਰਗਰਮ ਸੀਗਾ, ਈਵਨ ਕਿਸਾਨੀ ਅੰਦੋਲਨ ਤੋਂ ਪਹਿਲਾਂ ਦਾ। ਸੋ ਉਸ ਦੀ ਫੋਲੋਇੰਗ ਬੜੀ ਜ਼ਬਰਦਸਤ ਸੀਗੀ, ਔਰ ਖੁਦ ਇੱਕ ਅਭਿਨੇਤਾ ਸੀ, ਚੰਗੀ ਦਿੱਖ ਵਾਲਾ ਵਿਅਕਤੀ ਸੀਗਾ, ਨੌਜਵਾਨ ਉਸ ਵੱਲ ਆਕਰਸ਼ਿਤ ਹੋਏ ਸੀਗੇ। ਸੋ ਜਦੋਂ ਇਸ ਤਰੀਕੇ ਨਾਲ ਉਸ ਦੀ ਮੌਤ ਹੁੰਦੀ ਹੈ ਕਿਸਾਨ ਅੰਦੋਲਨ ਦੀ ਰੌਸ਼ਨੀ ਦੇ ਵਿੱਚ, ਤਾਂ ਜ਼ਾਹਿਰਾ ਤੌਰ 'ਤੇ ਉਹਨਾਂ ਵਿੱਚ ਇਸ ਤਰ੍ਹਾਂ ਤਰੀਕੇ ਦਾ ਜਿਹੜਾ ਗਮ ਜਿਹੜਾ ਅਸੀਂ ਵੇਖ ਰਹੇ ਹਾਂ, ਜਿਹੜੀ ਸੋਗ ਦੀ ਲਹਿਰ ਸਾਰੇ ਪਾਸੇ ਫੈਲ ਗਈ, ਇਹ ਬਹੁਤ ਸੁਭਾਵਿਕ ਸੀ। ਇਹਦੇ ਵਿੱਚ ਦੋ ਰਾਵਾਂ ਨਹੀਂ ਕਿ ਦੀਪ ਸਿੱਧੂ ਦੀ ਜਿਹੜੀ ਜੀਵਨ ਸਫ਼ਰ ਯਾਤਰਾ ਸੀ, ਉਹ ਬੇਸ਼ੱਕ ਪਰ ਜਵਾਨੀ ਦੇ ਵਿੱਚ ਜੋਬਨ ਰੁੱਤੇ ਉਹ ਤੁਰ ਗਿਆ, ਪਰ ਉਸ ਦਾ ਜਿਹੜਾ ਇਹ ਜਿਸ ਤਰ੍ਹਾਂ ਜੀਵਨ ਦੇ ਵਿੱਚ ਮੋੜ ਆਇਆ, ਉਸ ਦੇ ਆਪਣੇ ਕਥਨ ਦੇ ਮੁਤਾਬਕ ਬੜੀ ਕਮਾਲ ਦੀ ਗੱਲ ਹੈ। ਉਸਨੇ ਜਦੋਂ ਇੱਕ ਇੰਟਰਵਿਊ ਦੇ ਦੌਰਾਨ ਇਹ ਗੱਲ ਕਹੀ ਕਿ ਬਿਨਾਂ ਸ਼ੱਕ ਮੇਰੇ ਮਾਂ-ਬਾਪ, ਕਿਉਂਕਿ ਉਹ ਖੁਦ ਪੜ੍ਹੇ ਲਿਖੇ ਇਸ ਦੇ ਪਿਤਾ ਸਨ, ਵਕਾਲਤ ਦੇ ਖੇਤਰ ਦੇ ਵਿੱਚ ਇਸ ਨੇ ਪੈਰ ਧਰਿਆ ਅਤੇ ਕਾਮਯਾਬੀ ਮਿਲੀ, ਅਤੇ ਵੱਡੀਆਂ ਵੱਡੀਆਂ ਫਰਮਾਂ ਦੇ ਇਸ ਨੇ ਉਹਨਾਂ ਦੀ ਪ੍ਰਤੀਨਿਧਤਾ ਕੀਤੀ। ਬਾਲੀਵੁੱਡ ਦੇ ਕਹਿੰਦੇ ਕਹਾਉਂਦੇ ਟੌਪ ਦੇ ਵਕੀਲ ਦੇ ਤੌਰ 'ਤੇ ਇਸ ਦੀ ਉੱਥੇ ਮਿਸਾਲ ਦਿੱਤੀ ਜਾਂਦੀ ਸੀ। ਉਸ ਵੇਲੇ ਐਨ ਚੋਟੀ 'ਤੇ ਸੀ, ਅਤੇ ਇਸ ਨੂੰ ਲੱਗਿਆ ਕਿ ਨਹੀਂ, ਕੁਝ ਜੇ ਮੈਂ ਵੱਖਰਾ ਕਰਾਂ। ਇੱਕੋ ਦਮ ਇਸ ਨੇ ਫਿਲਮਾਂ 'ਚ ਰੋਲ ਕਰਨ ਦੀ ਥਾਂ 'ਤੇ ਆਪ ਖੁਦ ਪ੍ਰੋਡਕਸ਼ਨ ਆਪਣੀ ਸ਼ੁਰੂ ਕੀਤੀ, ਖੁਦ ਖਰਚਾ ਕੀਤਾ, ਖਾਸ ਮਿਸ਼ਨ ਦੇ ਆਧਾਰ 'ਤੇ ਫਿਲਮਾਂ ਬਣਾਈਆਂ, ਉਹਨਾਂ ਦੇ ਵਿੱਚ ਵੀ ਕਾਮਯਾਬੀ ਮਿਲੀ। ਚਾਹੇ ਜ਼ੋਰਾ ਨਾਂ ਇਸ ਦੇ ਨਾਲ ਜੁੜ ਗਿਆ, ਇਸ ਦੀ ਪਛਾਣ ਬਣ ਗਈ, ਪਰ ਉਸ ਤੋਂ ਬਾਅਦ ਫਿਰ ਉਸ ਨੂੰ ਲੱਗਿਆ ਕਿ ਇਹ ਵੀ ਮੇਰੀ ਮੰਜ਼ਿਲ ਨਹੀਂ ਹੈ। ਉਸ ਨੇ ਉਸ ਤੋਂ ਮਗਰੋਂ ਜੋ ਆਖਰੀ ਜਿਹੜਾ ਇੱਕ ਸਫ਼ਰ ਸੀ, ਉਸ ਦੇ ਵਿੱਚ ਕਿਸਾਨੀ ਸੰਘਰਸ਼ ਦੇ ਦੌਰਾਨ ਅਗਵਾਈ ਦਿੱਤੀ, ਅਤੇ ਅਗਵਾਈ ਜਦੋਂ ਦੀਪ ਸਿੱਧੂ ਨੇ ਦਿੱਤੀ, ਉਸ ਨੂੰ ਨਿੰਦਣ ਜਾਂ ਉਸ ਦੀ ਆਲੋਚਨਾ ਕਰਨ ਵਾਲੇ ਜਿਹੜੇ ਕਿਸਾਨ ਆਗੂ ਸਨ, ਜਿਨ੍ਹਾਂ ਨੇ ਪਿਛਲੇ ਇਤਿਹਾਸ ਨੂੰ ਲੈ ਕੇ, ਕਿਉਂਕਿ ਦਿਓਲ ਪਰਿਵਾਰ ਦਾ ਉਹ ਨੁਮਾਇੰਦਾ ਵੀ ਸੀ, ਵਕੀਲ, ਉਹਨਾਂ ਦੇ ਲਈ ਪ੍ਰਚਾਰ ਵੀ ਕੀਤਾ ਚੋਣਾਂ 'ਚ, ਪਰ ਬਾਅਦ 'ਚ ਉਸ ਤੋਂ ਇੱਕ ਦੂਰੀ ਬਣਾ ਲਈ, ਉਸ ਦਾ ਫਿਰ ਉੱਥੇ ਨਾਂ ਜੋੜਨ ਲੱਗੇ, ਕਈ ਕਿਸਮ ਦੀਆਂ ਉਸ 'ਤੇ ਦੂਸ਼ਣਬਾਜ਼ੀਆਂ ਕਰਨ ਲੱਗੇ। ਪਰ ਉਹ ਸਾਰੇ ਜਿਹੜੇ ਦੂਸ਼ਣਬਾਜ਼ੀਆਂ ਕਰਦੇ ਸਨ, ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਖੇਡ ਕੇ ਮੌਜੂਦਾ ਫਾਸ਼ੀਵਾਦੀ ਸਰਕਾਰ ਦੇ ਹੱਕ 'ਚ ਭੁਗਤੇ, ਪਰ ਦੀਪ ਸਿੱਧੂ ਆਪਣੇ ਸਟੈਂਡ 'ਤੇ ਡਟਿਆ ਰਿਹਾ। ਉਸ ਨੇ ਇਸ ਗੱਲ ਨੂੰ ਕਿਹਾ ਕਿ ਕਿਸਾਨੀ ਸੰਘਰਸ਼ ਜਿਹੜਾ ਸਾਡੀ ਹੋਂਦ ਦਾ ਸੰਘਰਸ਼ ਹੈ। ਉਸ ਨੇ ਇਹ ਕਿਹਾ ਕਿ ਪੰਜਾਬ ਦੀਆਂ ਚੋਣਾਂ ਕੋਈ ਰਾਜਨੀਤਿਕ ਚੋਣਾਂ ਨਹੀਂ, ਸਾਡੀ ਹੋਂਦ ਦੀਆਂ ਚੋਣਾਂ ਨੇ,
ਜੇ ਸਾਡੀ ਹੋਂਦ ਨਹੀਂ ਰਹੇਗੀ ਤਾਂ ਇਹ ਕੁਝ ਨਹੀਂ ਹੋਏਗਾ। ਇੰਨੀ ਬਾਰੀਕੀ ਦੇ ਨਾਲ ਇੰਨਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਇਸ ਗੱਲ ਨੂੰ ਪੇਸ਼ ਕਰਨਾ ਕਿ ਜਿਹੜਾ ਇਹ ਮੁੱਦਾ ਹੈ, ਇਹ ਮੁੱਦਾ ਇੱਕ ਪਛਾਣ ਤੇ ਜ਼ੁਬਾਨ ਦਾ ਤੇ ਇੱਕ ਹੋਂਦ ਦਾ ਮੁੱਦਾ ਹੈ। ਉਸ ਦੇ ਆਖਰੀ ਕੁਝ ਬਿਆਨ ਬੜੇ ਕਮਾਲ ਦੇ ਸਨ। ਜਦੋਂ ਕਰਨਾਟਕਾ ਦੇ ਵਿੱਚ ਹਿਜਾਬ ਤੇ ਪਾਬੰਦੀ ਲਾਈ ਜਾ ਰਹੀ ਸੀ, ਉਸ ਵੇਲੇ ਉਸਨੇ ਸਿਮਰਨਜੀਤ ਸਿੰਘ ਮਾਨ ਦੇ, ਜਿਨ੍ਹਾਂ ਨੇ ਇਸ ਲਈ ਹੱਕ 'ਚ ਆਵਾਜ਼ ਉਠਾਈ, ਕੱਲੇ ਵਾਹਦ ਨੇਤਾ ਸਨ, ਉਸ ਵੇਲੇ ਬੋਲਦਿਆਂ ਦੀਪ ਸਿੱਧੂ ਨੇ ਇੱਕ ਵੀਡੀਓ ਰਾਹੀਂ ਕਿਹਾ ਕਿ ਜਿਹੜੇ ਅੱਜ ਹਿਜਾਬ ਨੂੰ ਹੱਥ ਪਾਉਂਦੇ ਨੇ, ਕੱਲ੍ਹ ਤੁਹਾਡੀ ਚੁੰਨੀ ਤੇ ਦਸਤਾਰ ਨੂੰ ਹੱਥ ਪਾਉਣਗੇ। ਤੁਸੀਂ ਇਹ ਖਿਆਲ ਰੱਖਿਓ, ਇਹ ਦਿਨ ਤੁਹਾਡੇ ਤੇ ਵੀ ਆਉਣਗੇ। ਇਸ ਕਰਕੇ ਤੁਸੀਂ ਉਹੋ ਜਿਹੇ ਆਗੂ ਚੁਣੋ ਜਿਹੜੀ ਤੁਹਾਡੀ ਹੋਂਦ ਨੂੰ ਕਾਇਮ ਰੱਖਣ ਲਈ, ਜਜ਼ਬ ਨਾ ਹੋਣ ਦੇਣ ਲਈ ਵਚਨਬੱਧ ਹੋਣ। ਐਡੀ ਵੱਡੀ ਗੱਲ ਤੇ ਇੰਨੇ ਸਾਫ਼ ਸ਼ਬਦਾਂ ਦੇ ਵਿੱਚ ਉਸ ਨੇ ਇਸ ਗੱਲ ਨੂੰ ਬਿਆਨ ਕੀਤਾ। ਲੋਕ ਸੁਭਾਵਕ ਹੀ ਇਸ ਗੱਲ ਨੂੰ ਲੈ ਕੇ ਉਸ ਦੇ ਨਾਲ ਜੁੜ ਗਏ ਕਿ ਜਿਸ ਬੰਦੇ ਨੂੰ ਅਸੀਂ ਗੈਰ ਸੰਜੀਦਗੀ ਨਾਲ ਲੈ ਰਹੇ ਹਾਂ ਜਾਂ ਜਿਸ ਦੇ ਖਿਲਾਫ ਇੱਕ ਖਾਸ ਕਿਸਮ ਦਾ ਫਰੰਟ ਬਣਾ ਰਹੇ ਹਾਂ, ਉਸ ਬੰਦੇ ਦੀ ਜਿਹੜੀ ਪਹੁੰਚ ਹੈ ਉਹ ਤਾਂ ਬਿਲਕੁਲ ਵੱਖਰੀ ਹੈ। ਗੁਰਿੰਦਰ ਸਿੰਘ ਜੀ, ਜਦੋਂ ਦੀਪ ਸਿੱਧੂ ਦੀ ਮੌਤ ਦੀ ਖਬਰ ਆਈ, ਉਸ ਤੋਂ ਬਾਅਦ ਇਹ ਗੱਲ ਚੱਲਣ ਲੱਗ ਪਈ ਸੀ, ਜਿੱਥੇ ਤਾਂ ਸੋਗਮਈ ਮਾਹੌਲ ਬਣ ਗਿਆ ਕਿ ਲੋਕਾਂ ਨੇ ਮੋਮਬੱਤੀਆਂ ਬਾਲੀਆਂ, ਅਖੰਡ ਪਾਠ ਖੁਲਾਏ, ਕਾਰ ਰੈਲੀਆਂ ਕੱਢੀਆਂ। ਉੱਥੇ ਨਾਲ ਹੀ ਇੱਕ ਇਹ ਵੀ ਮਾਹੌਲ ਬਣਿਆ ਕਿ ਕਈ ਲੋਕ ਇਹ ਗੱਲਾਂ ਕਰਦੇ ਸੀਗੇ ਇੱਥੇ ਵੀ ਕਿ ਦੀਪ ਸਿੱਧੂ ਦੀ ਆਖਰੀ ਖਾਹਿਸ਼ ਨੂੰ ਪੂਰੀ ਕਰਨੀ ਚਾਹੀਦੀ ਹੈ ਕਿ ਚੋਣਾਂ ਵਿੱਚ ਵੱਧ ਚੜ ਕੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ। ਇਹ ਲੋਕ ਆਮ ਮੈਂ ਸੁਣਿਆ ਜਿਹੜੇ ਕਾਫੀ ਇਮੋਸ਼ਨਲ ਹੋਏ ਹੋਏ ਸੀਗੇ। ਹੁਣ ਇਹ ਨਹੀਂ ਪਤਾ ਕਿ ਦੀਪ ਸਿੱਧੂ ਦੀ ਮੌਤ ਤੋਂ ਪਿੱਛੋਂ ਪੰਜਾਬ ਵਿੱਚ ਵਾਕਈ ਕੋਈ ਇਹੋ ਜਿਹੀ ਹਵਾ ਚੱਲੀ ਜਾਂ ਨਹੀਂ ਚੱਲੀ, ਜਾਂ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਹਵਾ ਹੋਰ ਜ਼ਿਆਦਾ ਮਤਲਬ ਚੱਲੀ, ਜਾਂ ਉਸ ਦਾ ਫਾਇਦਾ ਮਾਨ ਨੂੰ ਹੋਊਗਾ ਨਹੀਂ ਹੋਊਗਾ, ਤਾਂ ਹੁਣ 10 ਤਰੀਕ ਤੋਂ ਬਾਅਦ ਪਤਾ ਲੱਗੂਗਾ ਜੀ। ਪਰ ਇਹ ਜ਼ਰੂਰ ਹੈ ਕਿ ਵੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਜਿਵੇਂ ਦੀਪ ਸਿੰਘ ਸਿੱਧੂ ਨਿਤਰਿਆ ਸੀਗਾ, ਉਸ ਦੇ ਚਲਾਣੇ ਤੋਂ ਬਾਅਦ ਇੱਕ ਵਾਰ ਜ਼ਰੂਰ ਮਾਨ ਹੋਣਾ ਦੀ ਜਿਹੜੀ ਮੁਹਿੰਮ ਨੂੰ ਹੁਲਾਰਾ ਮਿਲਿਆ। ਔਰ ਖਾਸ ਤੌਰ 'ਤੇ ਹਿਜਾਬ ਦੇ ਮੁੱਦੇ 'ਤੇ ਇਹ ਤਾਂ ਗੱਲ ਕਲੀਅਰ ਹੋ ਚੁੱਕੀ ਹੈ। ਅਗੇਨ ਮੈਨੂੰ ਕਹਿਣੀ ਪੈਣੀ ਗੱਲ ਕਿ ਮਾਨ ਸਾਹਿਬ ਨਾਲ ਤੁਸੀਂ ਅਗਰੀ ਕਰੋ ਨਾ ਕਰੋ ਵੱਖਰਾ ਵਿਸ਼ਾ, ਪਰ ਸਾਰੇ ਜਿਹੜੀ ਸਿੱਖ ਲੀਡਰਸ਼ਿਪ ਦੀ ਦੇ ਉੱਤੇ ਤੁਸੀਂ ਇੱਕ ਵਾਰੀ ਨਜ਼ਰਸਾਨੀ ਕਰਕੇ ਵੇਖੋ ਤੇ ਸਿਵਾਏ ਮਾਨ ਦੇ ਹੋਰ ਕਿਹੜਾ ਸਿੱਖ ਲੀਡਰ ਹੈ ਜਿਹਨੇ ਡਟ ਕੇ ਹਿਜਾਬ ਦੇ ਮਸਲੇ 'ਤੇ ਕੇਂਦਰ ਦੀ ਸਰਕਾਰ ਨਾਲ ਮੱਥਾ ਲਾਉਣ ਦੀ ਗੱਲ ਕੀਤੀ ਹੋਵੇ। ਬਿਲਕੁਲ ਸਾਰੇ ਤਾਂ ਮਤਲਬ 700 ਕਿਸਾਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਨੇ ਲਾਸ਼ਾਂ ਤੋਂ ਲੰਘ ਕੇ ਬੇਸ਼ਰਮਾਂ ਵਾਂਗੂ ਬੀਜੇਪੀ ਜਾ ਵੜੇ ਨੇ। ਕਹਿੰਦੇ ਕਹਾਂਦੇ ਜਿਹੜੇ ਸਿੱਖ ਚਿਹਰੇ ਵਿੱਚ ਢੀਂਡਸੇ ਦੀ ਗੱਲ ਕਰ ਲਓ, ਅਮਰਿੰਦਰ ਸਿੰਘ ਜਿਹੜਾ ਆਪਣਾ ਨੂੰ ਬੜਾ ਪੰਥ ਦਰਦੀ ਕਹਾਉਂਦਾ ਸੀਗਾ ਕਿ ਪਾਣੀ ਦਾ ਮਸਲਾ ਹੱਲ ਕਰ ਦਿੱਤਾ, ਉਹ ਵੀ ਜਾ ਕੇ ਬੀਜੇਪੀ ਦੇ ਨਾਲ ਜੁੜ ਗਿਆ। ਫਿਰ ਜਿਹੜੇ ਹੋਰ ਬੇਸ਼ਰਮ ਕਿਸਮ ਦੇ ਲੋਕ ਉਹ ਬੀਜੇਪੀ ਦੇ ਭਾਈਵਾਲ ਬਣੇ ਨੇ। ਔਰ ਇਹ ਇਸ ਮੌਕੇ ਦੇ ਉੱਤੇ ਉਹਨਾਂ ਤੋਂ ਤਾਂ ਆਸ ਕੀਤੀ ਨਹੀਂ ਸੀ ਜਾ ਸਕਦੀ। ਬਾਕੀ ਲੀਡਰਸ਼ਿਪ ਵੀ ਸਮੁੱਚੇ ਤੌਰ 'ਤੇ ਹਿਜਾਬ ਵਰਗੇ ਮਸਲੇ ਉੱਤੇ ਖਾਮੋਸ਼ ਹੋ ਕੇ ਬੈਠੀ ਰਹੀ ਹੈ। ਸਿਮਰਨਜੀਤ ਸਿੰਘ ਮਾਨ ਨੇ ਡਟਵੇਂ ਰੂਪ ਵਿੱਚ ਸਟੈਂਡ ਲਿਆ। ਇੱਕ ਹਿਜਾਬ ਲੈਣ ਵਾਲੀ ਮੁਸਲਿਮ ਬੱਚੀ ਨੂੰ ਕੁੱਛੜ ਚੱਕ ਕੇ ਇਹ ਮੈਸੇਜ ਦਿੱਤਾ ਕਿ ਸਾਡੇ ਰਾਜ ਦੇ ਵਿੱਚ ਹਰ ਇੱਕ ਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਹੋਵੇਗੀ। ਸੋ ਇੱਕ ਚੰਗੀ ਆਸ ਦੀ ਕਿਰਨ ਬੱਝੀ ਹੈ। ਜੇ ਹੁਣ ਬਾਕੀ ਜੇ ਖੱਸੀ ਸਾਬਿਤ ਹੋਏ ਨੇ ਤਾਂ ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਮਾਨ ਨੂੰ ਵੀ ਡੰਪ ਕਰ ਦਈਏ। ਕੋਈ ਸੈਂਸ ਨਹੀਂ ਬਣਦੀ ਇਸ ਗੱਲ ਦੀ। ਫਿਰ ਨਾਲੇ ਜਿਹੜਾ ਟ੍ਰੈਂਡ ਚੱਲਿਆ ਪਿਆ ਲੈਸਰ ਆਫ ਦਾ ਈਵਲ 'ਚ ਚੁਣਿਆ ਜਾਵੇ, ਯਾਨੀ ਕਿ ਸਾਰੇ ਦੋਸਤ ਨੇ ਜਿਹੜਾ ਸਭ ਤੋਂ ਘੱਟ ਦੋਸਤ ਆ ਉਸ ਨੂੰ ਚੁਣ ਲਿਆ ਜਾਵੇ। ਇਹ ਸੁਣ ਕੇ ਸਾਡੇ ਕੰਨ ਪੱਕ ਚੁੱਕੇ। ਕਿੰਨੇ ਸਾਲਾਂ ਤੋਂ ਆਪਾਂ ਸੁਣਦੇ ਆ ਰਹੇ। ਕੀ ਤੁਸੀਂ ਜਿਹੜੇ ਗੱਲ ਕਹਿੰਦੇ ਨੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵੋਟਰ ਜਾਂ ਹਿੰਦੁਸਤਾਨ ਦੇ ਵੋਟਰ ਜਾਂ ਦੁਨੀਆ ਭਰ ਦੇ ਵੋਟਰ ਇਹ ਕਬਾੜੀਏ ਨੇ? ਕਬਾੜ ਇਕੱਠਾ ਕਰਨਗੇ ਸਾਰੀ ਉਮਰ ਕਿ ਕਿਸੇ ਇੱਕ ਸੁਹਿਰਦ ਲੋਕਾਂ ਨੂੰ ਵੀ ਅੱਗੇ ਲੈ ਕੇ ਆਉਣਾ? ਸੋ ਮਾਨ ਹੋਣਾ ਨੇ ਇੱਕ ਇਹੋ ਜਿਹੇ ਮੌਕੇ 'ਤੇ ਜਦੋਂ ਬਿਲਕੁਲ ਦਿਲ ਢਾਊ ਮਾਹੌਲ ਬਣਿਆ ਸੀਗਾ ਚੋਣਾਂ ਵੇਲੇ, ਬਿਲਕੁਲ ਫਜ਼ੂਲ ਜੀ ਸਾਰੀ ਕੈਂਪੇਨ ਸੀ। ਆ ਵਾਲੀ ਗੈਰ ਮੁੱਦੇ ਭਾਰੂ ਸੀਗੇ, ਜਿਹੜੇ ਅਸਲ ਮੁੱਦੇ ਸੀ ਉਹ ਬਿਲਕੁਲ ਅਲੁਪਤ ਹੋ ਗਏ। ਆਮ ਆਦਮੀ ਪਾਰਟੀ ਵੀ RSS ਦੀ ਬੋਲੀ ਬੋਲ ਰਹੀ ਹੈ, ਕਾਂਗਰਸ ਵੀ ਜਿਹੜੀ ਖੁੱਲ੍ਹ ਕੇ ਉਹਨਾਂ ਦੇ ਖਿਲਾਫ ਕੁਝ ਕਹਿਣ ਨੂੰ ਤਿਆਰ ਨਹੀਂ। ਲੈ ਦੇ ਕੇ ਕਾਂਗਰਸ ਦੇ ਖਿਲਾਫ ਜ਼ਰੂਰ ਹਮਲੇ ਹੋਏ ਨੇ, ਪਰ ਹਿੰਦੂਤਵ ਨੂੰ ਕੋਈ ਚੈਲੰਜ ਦਿੱਤਾ ਨਹੀਂ ਗਿਆ ਵਿਚਾਰਧਾਰਕ ਤੌਰ 'ਤੇ। ਉਸ ਮੌਕੇ 'ਤੇ ਲੈ ਦੇ ਕੇ ਇਹੀ ਕੁਛ ਆਵਾਜ਼ਾਂ ਸੀਗੀਆਂ, ਚਾਹੇ ਦੀਪ ਸਿੰਘ ਸਿੱਧੂ ਚਾਹੇ ਸਿਮਰਨਜੀਤ ਸਿੰਘ ਮਾਨ। ਸੋ ਉਸ ਦੇ ਨਾਲ ਇੱਕ ਆਸ ਦੀ ਕਿਰਨ ਸਾਨੂੰ ਨਜ਼ਰ ਆ ਰਹੀ ਹੈ। ਬਾਕੀ ਹੁਣ ਵੇਖਦੇ ਹਾਂ ਕਿ ਉਸ ਦੀ ਮੌਤ ਤੋਂ ਬਾਅਦ ਜਿਹੜਾ ਮਾਹੌਲ ਬਣਿਆ, ਕੀ ਉਸ ਦੇ ਵਿੱਚੋਂ ਸਿਮਰਨਜੀਤ ਸਿੰਘ ਮਾਨ ਜੇਤੂ ਬਣ ਕੇ ਉੱਭਰਦੇ ਆ, ਨਹੀਂ ਉੱਭਰਦੇ? ਇਸ ਸਵਾਲ ਦਾ ਜਵਾਬ ਤੁਹਾਨੂੰ ਭਵਿੱਖ ਦੀ ਕੁੱਖ ਵਿੱਚ ਹੈ। ਚਾਹੇ ਕੁਝ ਵੀ ਫੈਸਲਾ ਹੋਵੇ, ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਰਾਜਨੀਤਿਕ ਤੌਰ 'ਤੇ ਚਲੋ ਵੋਟਾਂ ਦੇ ਵਿੱਚ ਗੰਭੀਰਤਾ, ਕਿੰਨੇ ਕੁ ਕੈਂਡੀਡੇਟ ਸਨ, ਕਿਹੜੇ ਉਹਨਾਂ ਦੇ ਮੁੱਦੇ ਸਨ, ਕਿਸ ਤਰ੍ਹਾਂ ਬੇਸਿਰ ਪੈਰ ਗੱਲਾਂ ਵੀ ਹੋਈਆਂ, ਪਰ ਲੋਕ ਨਾਇਕ ਦੇ ਤੌਰ 'ਤੇ ਦੀਪ ਸਿੱਧੂ ਦਾ ਜਿਹੜਾ ਪ੍ਰਭਾਵਵਾਦੀ ਮਾਹੌਲ ਹੈ ਉਸ ਨੂੰ ਦੇਖਣਾ ਬੜਾ ਲਾਜ਼ਮੀ ਹੈ। ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਇੱਕ ਵਿਅਕਤੀ ਦੇ ਸੰਸਕਾਰ ਦੇ ਮੌਕੇ 'ਤੇ ਸਾਰਾ ਪੰਜਾਬ ਹੀ ਉਮੜ ਪਿਆ ਹੋਵੇ? ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਸਮੁੱਚਾ ਸੋਸ਼ਲ ਮੀਡੀਆ ਇੱਕੋ ਗੱਲ ਨੂੰ ਬਿਆਨ ਕਰ ਰਿਹਾ ਹੋਵੇ ਕਿ ਦੀਪ ਸਿੱਧੂ ਸਾਡਾ ਨਾਇਕ ਹੈ। ਉਹ ਚਾਹੇ ਹਾਦਸੇ 'ਚ ਮਰਿਆ, ਪਰ ਉਸ ਨੂੰ ਇੱਕ ਯਕੀਨਨ ਤੌਰ 'ਤੇ ਇੱਕ ਸਾਡਾ ਇੱਕ ਬੜਾ ਸਤਿਕਾਰਤ
ਮਰਹੂਮ ਆਗੂ ਮੰਨਿਆ ਜਾ ਸਕਦਾ ਹੈ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਜਿਸ ਵੀ ਦੇਸ਼ ਦੇ ਵਿੱਚ ਪੰਜਾਬੀ ਤੇ ਸਿੱਖ ਭਾਈਚਾਰਾ ਵਸ ਰਿਹਾ ਹੈ, ਉਹ ਦੀਪ ਸਿੱਧੂ ਨੂੰ ਯਾਦ ਕਰ ਰਿਹਾ, ਉਸ ਦੀ ਗੱਲ ਹੋ ਰਹੀ ਹੈ। ਇੱਕ ਕੁਝ ਕੁ ਵਰ੍ਹਿਆਂ ਦੇ ਸਫ਼ਰ ਦੇ ਦੌਰਾਨ ਇੱਕ ਵਿਅਕਤੀ ਇੱਕ ਉਸ ਦੌਰ ਤੋਂ ਸ਼ੁਰੂ ਹੋ ਕੇ ਜਿਹੜਾ ਬਾਲੀਵੁੱਡ ਦਾ, ਜਿੱਥੇ ਕਿ ਉਹ ਅੱਜ ਦੇ ਜੋ ਕਹਿ ਸਕਦੇ ਆ ਕਿ ਭਾਜਪਾ ਦੇ ਨੁਮਾਇੰਦਾ ਲੋਕ ਨੇ, ਉਹਨਾਂ ਦੇ ਕੇਸ ਲੜਦਾ, ਪਰ ਉਸ ਤੋਂ ਬਾਗੀ ਹੋ ਕੇ ਕਿਸਾਨਾਂ ਨਾਲ ਖੜਦਾ ਤੇ ਕਿਸਾਨਾਂ ਤੋਂ ਆ ਕੇ ਸਿੱਧਾ ਪੰਜਾਬ ਦੇ ਸੰਤਾਪ ਨੂੰ ਸਮਰਪਿਤ ਹੋ ਕੇ ਗੱਲਬਾਤ ਕਰਦਾ, ਬਿਨਾਂ ਕਿਸੇ ਲੁਕੋ ਤੋਂ ਇਹ ਗੱਲ ਕਰਦਾ ਕਿ ਅਸੀਂ ਜਿਹੜੇ ਸਾਡੇ ਸਿੱਖ ਫਲਸਫੇ ਤੋਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ, ਸਾਡੇ ਵਿਰਾਸਤ ਤੋਂ ਲੈ ਕੇ, ਸਾਡੇ ਇਤਿਹਾਸ ਤੋਂ ਲੈ ਕੇ, ਸਾਡੇ ਲਈ ਕੁਝ ਹੋਰ ਵਿਕਲਪ ਨਹੀਂ ਹੈ ਪੰਜਾਬ ਨੂੰ ਬਚਾਉਣ ਲਈ। ਤੇ ਇਹੋ ਜਿਹੀ ਰਾਜਨੀਤੀ ਦਾ ਪਹਿਰਾ ਦੇ ਰਿਹਾ, ਜਿੱਥੇ ਉਹ ਕਹਿ ਰਿਹਾ ਕਿ ਮੁਸਲਿਮ ਲਈ ਹਿਜਾਬ, ਹਿੰਦੂ ਲਈ ਆਪਣਾ ਜਨੇਊ, ਸਿੱਖ ਆਪਣੀ ਪਛਾਣ ਰੱਖਣ ਜਾਂ ਕੋਈ ਹੋਰ ਹੈ ਆਪਣੀ ਅੱਡਰੀ ਪਛਾਣ ਤੇ ਕਾਇਮ ਰਹਿਣ। ਤੇ ਇਹ ਫਲਸਫਾ ਕਿਸੇ ਨਾ ਕਿਸੇ ਪੱਧਰ ਤੇ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰ ਜਿਹੜੇ ਬੇਘਰੇ ਸਨ, ਬੇਜ਼ਮੀਨੇ ਸਨ, ਉਹਨਾਂ ਲਈ ਹੱਕ 'ਚ ਦਿੱਤਾ ਹੋਇਆ ਨਾਅਰਾ ਸੀ, ਜਾਂ ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਹੀ ਅਰਥਾਂ 'ਚ ਧਰਮ ਨਿਰਪੱਖ ਰਾਜ ਸੀ। ਇਹ ਸੰਕਲਪ ਨਜ਼ਰ ਆ ਰਿਹਾ ਸੀ। ਪਰ ਉਸ ਸਮੇਂ ਦੀਪ ਸਿੱਧੂ ਦਾ ਇੰਨੀ ਛੇਤੀ ਤੁਰ ਜਾਣਾ ਇਹ ਗੱਲ ਨੂੰ ਇੱਕ ਉਤਸ਼ਾਹ ਵਜੋਂ ਵੀ ਪੇਸ਼ ਕਰ ਰਿਹਾ ਕਿ ਇੱਕ ਦੀਪ ਸਿੱਧੂ ਦੇ ਜਾਣ ਨਾਲ ਸ਼ਾਇਦ ਜਿਹੜੇ ਹਜ਼ਾਰਾਂ ਲੱਖਾਂ ਨੌਜਵਾਨ ਨੇ, ਉਹਨਾਂ 'ਚੋਂ ਕਈ ਦੀਪ ਸਿੱਧੂ ਦੇ ਸਿਧਾਂਤ ਨੂੰ ਲੈ ਕੇ ਚੱਲਣ ਵਾਲੇ ਅੱਗੇ ਆਉਣਗੇ। ਮੈਂ ਇਹ ਦੇਖਿਆ ਕਿ ਮਾਨ ਹੋਰਾਂ ਦੇ ਆਖਰੀ ਦਿਨ ਪ੍ਰਚਾਰ ਦੇ ਵਿੱਚ ਕਈ ਪਾਰਟੀਆਂ ਦੇ, ਹੋਰਨਾਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸਨ, ਉਹ ਉਹਨਾਂ ਦੇ ਹੱਕ 'ਚ ਬੈਠ ਗਏ ਤੇ ਉਹਨਾਂ ਨੇ ਇਹ ਕਿਹਾ ਕਿ ਦੀਪ ਸਿੱਧੂ ਦਾ ਘਾਟਾ ਤਾਂ ਤੁਹਾਡੀ ਕੰਪੇਨ ਲਈ ਪੂਰਾ ਨਹੀਂ ਹੋ ਸਕਦਾ, ਪਰ ਤੁਹਾਡੇ ਲਈ ਅਸੀਂ ਦੀਪ ਸਿੱਧੂ ਬਣ ਕੇ ਅੱਜ ਆ ਖੜੇ ਹੋਏ ਹਾਂ ਤੇ ਅਸੀਂ ਆਪਣੀਆਂ ਪਾਰਟੀਆਂ ਦੇ ਪੱਖੋਂ ਬੈਠ ਗਏ ਹਾਂ ਤੁਹਾਡੇ ਹੱਕ 'ਚ। ਇਹ ਬੜੀ ਕਮਾਲ ਦੀ ਕ੍ਰਿਸ਼ਮਾਈ ਢੰਗ ਦੇ ਨਾਲ ਮਾਹੌਲ ਸੀ ਤੇ ਆਪਣੇ ਆਪ ਦੇ ਵਿੱਚ ਇੱਕ ਬੜਾ ਅਜੀਬ ਲੱਗ ਰਿਹਾ ਸੀ ਕਿ ਇੰਨਾ ਜ਼ਿਆਦਾ ਲੋਕਾਂ ਦੇ, ਨੌਜਵਾਨਾਂ ਦੇ ਅੰਦਰ ਉਤਸ਼ਾਹ, ਦੁਨੀਆ ਭਰ ਦੇ ਵਿੱਚ ਇੱਕ ਉਹ ਬੰਦਾ ਜਿਹੜਾ ਕਿ 2-2.5 ਸਾਲ ਤੋਂ ਇਸ ਪੂਰੇ ਕੈਨਵਸ ਤੇ ਉੱਭਰਿਆ ਤੇ ਉਸ ਦੀ ਸੋਚ ਨੂੰ ਲੈ ਕੇ ਇੰਨੇ ਲੋਕ ਜੁੜ ਜਾਣ। ਦੇਖੋ, ਗੱਲ ਇਸ ਤਰ੍ਹਾਂ ਕਿ ਦੀਪ ਸਿੱਧੂ ਦੀ ਵੀ ਜ਼ਿੰਦਗੀ 'ਚ ਪੜਾਅ ਕਈ ਆਏ। ਇੱਕ ਪੜਾਅ ਸੀ ਸਨੀ ਦਿਓਲ ਦੇ ਨਾਲ ਸੀ। ਸਨੀ ਦਿਓਲ ਤੋਂ ਬੜੀਆਂ ਆਸਾਂ ਵੀ ਸੀਗੀਆਂ, ਕੁਝ ਪਰਿਵਾਰਕ ਸਾਂਝਾਂ ਬਣੀਆਂ ਸੀਗੀਆਂ ਬੰਬੇ 'ਚ ਰਹਿੰਦੇ ਆ ਜੀ। ਤੇ ਪਰ ਜਦੋਂ ਇੱਕ ਵਿਅਕਤੀ ਹੁਣ ਝੱਗਾ ਚੁੱਕ ਕੇ ਸਟੇਟ ਦੇ ਖਿਲਾਫ ਤੁਰ ਹੀ ਪਿਆ ਸੀਗਾ, ਉਸ ਤੋਂ ਬਾਅਦ ਸਾਰੀਆਂ ਗੱਲਾਂ ਬੜੀਆਂ ਨਿਰਮੂਲ ਹੋ ਜਾਂਦੀਆਂ ਕਿ ਪਹਿਲੋਂ ਕੀ ਸੀ ਤੇ ਅੱਜ ਕੀ ਆ। ਫਿਰ ਆਪਾਂ ਕਿਹਦਾ ਇਤਿਹਾਸ ਫਰੋਲ ਲਈਏ। ਬਾਬੇ ਬੰਦੇ ਦਾ ਵੀ, ਬਹਾਦਰ ਦਾ ਵੀ ਇੱਕ ਇਤਿਹਾਸ ਸੀਗਾ। ਕਿਸੇ ਵੇਲੇ ਉਹ ਕਿਸੇ ਹੋਰ ਤਰੀਕੇ ਨਾਲ ਵਿਚਰਦਾ ਸੀ। ਗੁਰੂ ਅੰਗਦ ਦੇਵ ਜੀ ਦੇਖ ਲਓ, ਕਿਸੇ ਵੇਲੇ ਦੇਵੀ ਦੇ ਪੂਜਕ ਸੀਗੇ, ਬਾਅਦ 'ਚ ਉਹਨਾਂ ਨੇ ਕੋਈ ਹੋਰ ਰਾਹ ਲੈ ਲਿਆ। ਸੋ ਪਰਿਵਰਤਨ ਲੋਕਾਂ 'ਚ ਆਉਂਦੇ ਨੇ, ਇਹ ਵੀ ਹਕੀਕਤ ਸਾਨੂੰ ਮੰਨਣਾ ਪਊਗਾ ਇਸ ਗੱਲ ਨੂੰ। ਸਿੱਖੀ ਇਸ ਗੱਲ ਦੀ ਗਵਾਹ, ਸਿੱਖ ਇਤਿਹਾਸ ਇਸ ਗੱਲ ਦਾ ਗਵਾਹ। ਪਰ ਜਿਹੜਾ ਦੀਪ ਸਿੰਘ ਸਿੱਧੂ ਦੇ ਕੇਸ 'ਚ ਇੱਕ ਹੋਰ ਗੱਲ ਜਿਹੜੀ ਹੋਈ, ਜਿਹੜੀ ਕਿ ਬਹੁਤ ਰੜਕੀ, ਘੱਟੋ ਘੱਟ ਮੈਨੂੰ ਮੀਡੀਆ ਇੱਕ ਪਰਸਨ ਹੋਣ ਦੇ ਨਾਤੇ, ਜਦੋਂ ਉਹਦੀ ਮੌਤ ਹੁੰਦੀ, ਖਬਰਾਂ ਦੇਖੋ ਕਿਸ ਤਰ੍ਹਾਂ ਲੱਗੀਆਂ। 3-4 ਖਬਰਾਂ ਇਕੱਠੀਆਂ ਜਦੋਂ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਦੀਪ ਸਿੰਘ ਸਿੱਧੂ ਦੀ ਮੌਤ ਹੋ ਗਈ ਹੈ, ਤਾਂ ਉਸ ਤੋਂ ਬਾਅਦ ਮੈਂ ਗੂਗਲ ਦੇ ਉੱਤੇ ਦੀਪ ਸਿੰਘ ਸਿੱਧੂ ਦਾ ਨਾਮ ਪਾ ਕੇ ਨਿਊਜ਼ ਸਰਚ ਮਾਰੀ ਤੇ 3-4 ਜਿਹੜੀਆਂ ਲਿੰਕਸ ਜਿਹੜੇ ਇਕੱਲੇ ਇੱਕੋ ਸਕਰੀਨ ਤੇ ਖੁੱਲ ਗਏ। ਤਕਰੀਬਨ ਸਭ ਦੀ ਹੈਡਲਾਈਨ ਮਿਲਦੀ ਜੁਲਦੀ ਜੀ ਸੀ। ਆਖੇ ਜੀ 26 ਜਨਵਰੀ ਦੀ ਘਟਨਾ ਦਾ ਦੋਸ਼ੀ, ਸ਼ੱਕੀ, ਅਕਿਊਜ਼, ਇਸ ਕਿਸਮ ਦੇ ਸ਼ਬਦ ਜਿਹੜੇ ਸੱਚਮੁੱਚ ਬਹੁਤ ਤਕਲੀਫ ਦੇ ਸੀਗੇ। ਕੀ ਦੀਪ ਸਿੰਘ ਸਿੱਧੂ ਦੀ ਇਹੀ ਪਛਾਣ ਸੀਗੀ ਕਿ 26 ਜਨਵਰੀ ਦੀ ਘਟਨਾ ਵਿੱਚ ਉਸਦਾ ਕੀ ਰੋਲ ਸੀ, ਕੀ ਰੋਲ ਨਹੀਂ ਸੀਗਾ? ਹਾਲਾਂਕਿ ਉਹ ਕੋਈ ਐਡੀ ਵੱਡੀ ਗੱਲ ਵੀ ਨਹੀਂ ਸੀ, ਉਹ ਆਪਾਂ ਬਾਅਦ 'ਚ ਕਰ ਲਾਂਗੇ ਡਿਸਕਸ। ਪਰ ਜਿਹੜੀਆਂ ਹੈਡਲਾਈਨ ਆਪਣੇ ਆਪ 'ਚ ਕਿੰਨੀਆਂ ਵਾਧਿਤ ਸੀਗੀਆਂ। ਲਤਾ ਮੰਗੇਸ਼ਕਰ ਕੁਝ ਸਮਾਂ ਪਹਿਲਾਂ ਚੱਲ ਵਸੀ ਹੈ ਕਿ ਹੈਡਲਾਈਨਾਂ ਲੱਗੀਆਂ ਸੀ ਕਿ ਬਾਲ ਠਾਕਰੇ ਦੀ ਪ੍ਰਸ਼ੰਸਕ ਚੱਲ ਵਸੀ ਹੈ, ਜਾਂ ਆਪਣਾ ਸਾਵਰਕਰ ਦੀ ਪ੍ਰਸ਼ੰਸਕ ਚੱਲ ਵਸੀ ਹੈ, ਜਾਂ ਉਹ ਔਰਤ ਚੱਲ ਵਸੀ ਜਿਸ ਨੇ ਕਿਸਾਨਾਂ ਨੂੰ ਪਿੱਠ ਦਿੱਤੀ। ਤੁਸੀਂ ਇਹ ਵੇਖੋ ਵੀ ਦੀਪ ਸਿੱਧੂ ਵੇਲੇ ਇਸ ਤਰ੍ਹਾਂ ਦੀ ਗੱਲ ਕਿਉਂ? ਸੋ ਦੀਪ ਸਿੱਧੂ ਨੂੰ ਜਿਵੇਂ ਦੱਸਿਆ ਗਿਆ ਵੀ ਇੰਟਰੋਡਕਸ਼ਨ ਇਹ ਬਣਦੀ ਕਿ ਕਲਾਕਾਰ ਤੇ ਜਿਹੜਾ ਮਗਰੋਂ ਐਕਟਿਵਿਸਟ ਹੋਣੇ ਪੜਿਆ। ਕਈਆਂ ਨੇ ਬਹੁਤ ਸੈਂਸੀਬਲ ਹੈਡਲਾਈਨਾਂ ਵੀ ਲਾਈਆਂ ਕਿ ਜਿਹੜਾ ਐਕਟਰ ਟਰਨਡ ਐਕਟਿਵਿਸਟ ਪਾਸਡ ਅਵੇ ਜਾਂ ਡਾਈਡ ਇਨ ਐਕਸੀਡੈਂਟ। ਬਾਕੀਆਂ ਨੇ ਤਾਂ ਜਿਨ੍ਹਾਂ ਨੇ ਕਸਰ ਹੀ ਨਹੀਂ ਛੱਡੀ, ਕੋਈ ਐਕਿਊਜ਼, ਸਸਪੈਕਟ, ਇਹੋ ਜਿਹੇ ਸ਼ਬਦ ਲਿਖ ਕੇ ਤੇ ਉਹਦੀ ਖਬਰ ਦਿੱਤੀ ਗਈ ਹੈ। ਹੁਣ ਅਸੀਂ ਗੱਲ ਕਰੀ 26 ਜਨਵਰੀ ਦੀ। 26 ਜਨਵਰੀ ਨੂੰ ਕੀ ਉਹਨੇ ਕਿਹੜਾ ਪਾਪ ਕਰਤਾ ਸੀਗਾ? ਨਿਸ਼ਾਨ ਸਾਹਿਬ ਝੁਲਾਇਆ ਸੀਗਾ। ਨਿਸ਼ਾਨ ਸਾਹਿਬ ਖਾਲਿਸਤਾਨ ਝੰਡਾ ਨਹੀਂ ਗਾ, ਇਹ ਗੱਲ ਉਦੋਂ ਮੀਡੀਆ ਨੇ ਜਾਣ ਕੇ ਪ੍ਰਚਾਰੀ। ਫਿਰ ਜੇ ਨਿਸ਼ਾਨ ਸਾਹਿਬ ਉੱਥੇ ਝੁਲਾ ਵੀ ਦਿੱਤਾ ਗਿਆ ਤਾਂ ਕਿਹੜਾ ਕੁਕਰਮ ਹੋ ਗਿਆ? ਜੇ 26 ਜਨਵਰੀ ਨੂੰ ਤੁਸੀਂ ਕਹਿੰਦੇ ਹੋ ਕਿ ਸਾਡਾ ਦੇਸ਼ ਜਿਹੜਾ ਸੈਕੂਲਰਿਜ਼ਮ ਦੇ ਹਿਸਾਬ ਨਾਲ ਚੱਲਦਾ, ਤਾਂ ਤੁਹਾਡੇ ਉੱਥੇ 26 ਜਨਵਰੀ ਦੀ ਝਾਂਕੀਆਂ ਕੱਢੀਆਂ ਗਈਆਂ। ਜਿਹੜਾ ਰਾਮ ਮੰਦਿਰ ਬਣਨ ਜਾ ਰਿਹਾ ਅਯੋਧਿਆ ਵਾਲੀ ਥਾਂ ਤੇ, ਉਸ ਦੀ ਝਾਂਕੀ ਕੱਢੀ ਗਈ ਆ, ਉੱਤੇ ਇਤਰਾਜ਼ ਕਿਉਂ ਨਹੀਂ ਉੱਠੇ? ਸੈਕੂਲਰਿਜ਼ਮ ਦਾ ਨੁਕਸਾਨ ਦਾ ਕਤਲ ਤੁਸੀਂ ਆਪ ਹੀ ਕਰ ਰਹੇ ਹੋ। ਤੁਸੀਂ ਉਸ ਝਾਕੀ ਦੇ ਵਿੱਚ ਇੱਕ ਇਹੋ ਜਿਹੇ ਮੰਦਿਰ ਦੀ
ਝਾਕੀ ਪੇਸ਼ ਕਰ ਰਹੇ ਹੋ ਜਿਹੜਾ ਕਿ ਉਸ ਥਾਂ ਤੇ ਉਸਾਰਿਆ ਜਾਣਾ ਜਿੱਥੇ ਕਿ ਬਾਬਰੀ ਮਸਜਿਦ ਨੂੰ ਢਾਇਆ ਗਿਆ। ਉਸ ਤੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ। ਨਿਸ਼ਾਨ ਸਾਹਿਬ ਬਹੁਤ ਵੱਡੀ ਚੀਜ਼ ਬਣ ਗਈ, ਔਰ ਨਿਸ਼ਾਨ ਸਾਹਿਬ ਜਦੋਂ ਲਾਇਆ ਵੀ ਗਿਆ ਤੇ ਝੰਡੇ ਦੀ ਤੋਹੀਨ ਨਹੀਂ ਸੀ ਹੋਈ, ਬਾਵਜੂਦ ਇਸ ਦੇ ਇਹ ਗੱਲ ਪ੍ਰਚਾਰੀ ਗਈ ਕਿ ਝੰਡੇ ਦੀ ਤੋਹੀਨ ਕਰਕੇ ਨਿਸ਼ਾਨ ਸਾਹਿਬ ਨੂੰ ਚਾੜਿਆ ਗਿਆ। ਇੱਥੇ ਜਿਹੜੇ ਸਰਕਾਰ ਦੇ ਟੁਕੜਬੋਝ ਇੱਥੇ ਉਹਨਾਂ ਨੇ ਨਾਅਰੇ ਲਾਏ ਕਿ ਤਿਰੰਗੇ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ। ਇਸ ਕਿਸਮ ਦੀਆਂ ਗੱਲਾਂ ਇੱਥੇ ਕੀਤੀਆਂ ਗਈਆਂ। ਸੋ ਕਹਿਣ ਦਾ ਮਤਲਬ ਦੀਪ ਸਿੰਘ ਸਿੱਧੂ ਨੇ ਇੱਕ ਖਾਸ ਪਛਾਣ ਬਣਾ ਕੇ ਉਸ ਦੀ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਈਵਨ ਉਸ ਦੇ ਚੱਲ ਵਸਣ ਤੋਂ ਬਾਅਦ ਵੀ। ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਮਾਹੌਲ ਉਸ ਦੀ ਮੌਤ ਤੋਂ ਬਾਅਦ ਬਦਲ ਗਿਆ, ਪੰਜਾਬ ਦੀ ਫਿਜ਼ਾ ਬਦਲ ਗਈ, ਕਿ ਜਿਵੇਂ ਉਸ ਤੋਂ ਬਾਅਦ ਲੋਕੀ ਕਹਿਣ ਲੱਗ ਪਏ ਕਿ ਹੁਣ ਉਹਦੀ ਆਖਰੀ ਇੱਛਾ ਪੂਰੀ ਕਰੋ। ਹੁਣ ਇਹ ਉਸ ਦੇ ਲੱਛਣ ਨੇ ਕਿ ਲੋਕ ਆ ਕੇ ਮਾਨ ਦੇ ਹੱਕ 'ਚ ਲਿੱਤਰ ਗਏ ਨੇ। ਹੁਣ ਕੀ ਸੱਚਮੁੱਚ ਉਸ ਦੇ ਨਾਲ ਮਾਨ ਕੋਈ ਇੰਪੈਕਟ ਪਾ ਸਕਣਗੇ ਕਿ ਨਹੀਂ, ਇਹਦਾ ਹੁਣ ਨਿਤਾਰਾ ਤਾਂ 10 ਤਰੀਕ ਨੂੰ ਹੋਣਾ। ਬਿਲਕੁਲ, ਜਿਹੜੀਆਂ ਇਹ 10 ਤਰੀਕ ਨੂੰ ਚੋਣਾਂ ਦੇ ਨਤੀਜੇ ਆਉਣੇ ਨੇ, ਇਹਨਾਂ ਦੇ ਫਲਸਫੇ ਨੂੰ ਵੀ ਜੇਕਰ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਦੇਖੀਏ ਕਿ ਜਿਹੜੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਸਨ, ਰਵਾਇਤੀ ਪਾਰਟੀਆਂ, ਉਹੀ ਜਿਹੜੀਆਂ ਕਾਂਗਰਸ ਜਾਂ ਅਕਾਲੀ, ਬਸਪਾ, ਬੀਜੇਪੀ ਵਿੱਚ ਨਿਤਰੀ, ਆਪ ਜਾਂ ਹੋਰ, ਜਾਂ ਇਸ ਤੋਂ ਇਲਾਵਾ ਇੱਕ ਨਵਾਂ ਜਿਹੜਾ ਐਂਗਲ ਕੁਝ ਨਾ ਕੁਝ ਲੈ ਕੇ ਚੱਲਣ ਵਾਲੇ ਲੋਕ ਸਨ, ਇੱਕ ਅਜੀਬ ਕਿਸਮ ਦਾ ਖਲਾਅ ਨਜ਼ਰ ਆ ਰਿਹਾ ਸੀ। ਹੁਣ ਲੋਕ ਕਿਸ ਦੇ ਭਰਮ ਜਾਲ 'ਚ ਫਸਣਗੇ ਜਾਂ ਕੀ ਸੱਚਮੁੱਚ ਜਿਹੜੀ ਇੱਕ ਚੇਤਨਾ ਦੀਪ ਸਿੱਧੂ ਨੇ ਕੁਝ ਦਿਨਾਂ ਦੇ ਵਿੱਚ ਹੀ ਆਪਣੇ ਚੋਣ ਪ੍ਰਚਾਰ 'ਚ ਪੈਦਾ ਕੀਤੀ ਸੀ, ਉਸ ਦਾ ਅਸਰ ਹੋਏਗਾ। ਜੇ ਤੁਰੰਤ ਅਸਰ ਨਾ ਵੀ ਹੋਇਆ ਤਾਂ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀ ਉਹ ਜਿਹੜੀ ਲਹਿਰ, ਜਿਹੜੀਆਂ ਤਰੰਗਾਂ ਦੀਪ ਸਿੱਧੂ ਛੱਡ ਗਿਆ, ਉਹ ਜ਼ਰੂਰ ਅਸਰ ਪਾਉਣਗੀਆਂ। ਪਰ ਇਹਨਾਂ ਚੋਣਾਂ ਦੇ ਵਿੱਚ ਜਿਵੇਂ ਪੋਲੀਟੀਕਲ ਪਾਰਟੀਆਂ ਤੇ ਉਹਨਾਂ ਦੇ ਪ੍ਰਚਾਰ ਕੰਪੇਨ ਜਿਹੜੇ ਸਟਾਰ ਸੀ ਜਾਂ ਜਿਹੜੇ ਜਿਸ ਕਿਸਮ ਦਾ ਮਾਹੌਲ ਲੈ ਕੇ ਚੱਲੇ, ਵਿੱਚੇ ਕਿਸਾਨੀ ਮੁੱਦਾ ਰੁਲ ਗਿਆ, ਵਿੱਚੇ ਬੇਅਦਬੀਆਂ ਦਾ ਮੁੱਦਾ ਰੋਲ ਦਿੱਤਾ ਗਿਆ, ਵਿੱਚੇ ਨਸ਼ਿਆਂ ਦਾ ਮੁੱਦਾ ਰੋਲ ਦਿੱਤਾ ਗਿਆ। ਕੋਈ ਵੀ ਇਸ ਗੱਲ ਦੇ ਲਈ ਸੰਜੀਦਾ ਨਹੀਂ। ਬਿਲਕੁਲ ਸੱਚ ਹੈ ਕਿ ਮਾੜਿਆਂ ਦੇ ਵਿੱਚੋਂ ਘੱਟ ਮਾੜਾ ਕਿਹੜਾ, ਉਹਨੂੰ ਚੁਣ ਲਓ। ਆਹ 2-3 ਮਾੜੇ ਅੱਗੇ ਦੇਖ ਲਏ, ਆਹ ਇੱਕ ਥੋੜ੍ਹਾ ਘੱਟ ਮਾੜਾ ਸੀ, ਇਹਨੂੰ ਅੱਜ ਮੌਕਾ ਦੇ ਦਿਓ। ਪਰ ਕੀ ਇਹੀ ਚੋਣ ਹੈ? ਕੀ ਆਹੀ ਪੰਜਾਬ ਦੀ ਪ੍ਰਾਪਤੀ ਹੈ? ਕਿਸੇ ਪਾਸੇ ਇਸ ਵੇਲੇ ਪੰਜਾਬ ਦੀ ਆਰਥਿਕਤਾ ਲਗਾਤਾਰ ਨਿਘਾਰ ਜਾ ਰਹੀ ਹੈ, ਐਜੂਕੇਸ਼ਨ ਦਾ ਪੱਧਰ ਗਿਰਾਵਟ ਵੱਲ ਜਾ ਰਿਹਾ ਹੈ। ਕਿਸੇ ਪਾਸੇ ਪੰਜਾਬ ਦੇ ਨੌਜਵਾਨ ਆਪਣੀ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਬਾਹਰ ਆ ਰਹੇ ਨੇ, ਲਗਾਤਾਰ ਪੰਜਾਬ ਖਾਲੀ ਹੋ ਰਿਹਾ, ਕਿਸ ਨੂੰ ਫਿਕਰ ਨਹੀਂ। ਨਸ਼ਿਆਂ ਦਾ 6ਵਾਂ ਦਰਿਆ ਜਿਸ ਤਰ੍ਹਾਂ ਵਗ ਰਿਹਾ, ਉਸ ਦੀ ਕਿਸੇ ਨੂੰ ਚਿੰਤਾ ਨਹੀਂ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਜਦੋਂ ਚੱਲਦੀ ਹੈ, ਉਸ 'ਤੇ ਜ਼ੁਬਾਨ ਬੰਦ ਹੈ। ਉਹੀ ਪੋਲੀਟੀਕਲ ਪਾਰਟੀ ਜਿਹੜੀ ਪੰਜਾਬ 'ਚ ਕਹਿੰਦੀ ਹੈ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਹੈ, ਉਹੀ ਦਿੱਲੀ ਦੇ ਵਿੱਚ ਕੁਝ ਹੋਰ ਬਿਆਨ ਦੇ ਰਹੀ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੋਂ ਲੈ ਕੇ ਜਿਹੜੇ ਜੇਲ੍ਹਾਂ 'ਚ ਬੰਦ ਨੇ, ਸਜ਼ਾਵਾਂ ਭੁਗਤ ਚੁੱਕੇ, ਉਹਨਾਂ ਦੀ ਰਿਹਾਈ ਦਾ ਮਸਲਾ ਕਿਤੇ ਗੁਆਚ ਗਿਆ। ਇਸ ਦੇ ਨਾਲ ਨਾਲ ਉਹ ਸਾਰੇ ਹੋਰ ਮੁੱਦੇ ਜਿਨ੍ਹਾਂ ਨੂੰ ਇਹ ਕਹਿ ਕੇ ਕਿ ਪੰਜਾਬ ਖੁਦ ਮੁਖਤਿਆਰੀ ਦੀ ਗੱਲ ਸਿਰਫ ਆਪਣੇ ਲਈ ਕਰਦਾ, ਜਦਕਿ ਸੰਘੀ ਢਾਂਚੇ ਦੀ ਅਸਲ ਪਛਾਣ ਹੈ, ਉਹਨਾਂ 'ਤੇ ਕੋਈ ਗੱਲ ਕਰਨ ਲਈ ਤਿਆਰ ਨਹੀਂ। ਇਹਨਾਂ ਮੁੱਦਿਆਂ ਨੂੰ ਦਰਕਿਨਾਰ ਕਰਕੇ ਸਿਰਫ ਚਲੰਤ ਕਿਸਮ ਦੀ ਰਾਜਨੀਤੀ ਖੇਡੀ ਗਈ। ਹੁਣ ਇਸ ਦੇ ਵਿੱਚੋਂ ਕੋਈ ਚਾਨਣ ਦੀ ਕਿਰਨ ਨਜ਼ਰ ਆਉਂਦੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ? ਚਾਨਣ ਦੀ ਕਿਰਨ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ, ਕੋਈ ਦੱਸਣ ਦੀ ਸਾਫ਼ ਦੀ ਗੱਲ। ਮੈਂ ਤਾਂ ਐਤਕੀ ਚੋਣਾਂ 'ਚ ਕੋਈ ਦਿਲਚਸਪੀ ਵੀ ਨਹੀਂ ਲਈ, ਟੂ ਬੀ ਵੈਰੀ ਓਨੈਸਟ ਵਿਦ ਯੂ। ਉਹਦਾ ਕਾਰਨ ਹੈ ਕਿ ਲੱਗਦਾ ਸੀ ਜਿਵੇਂ ਜੋਕਰਾਂ ਦੀ ਸਿਆਸਤ ਚੱਲ ਰਹੀ ਹੈ, ਇੱਧਰ ਵੀ ਜੋਕਰ, ਪਰਲੇ ਪਾਸੇ ਵੀ ਜੋਕਰ ਨੇ। ਇੱਕ ਲਕੀਰ ਜਿਹੜੀ ਕੱਢੀ ਗਈ ਜੋਕਰਾਂ ਦੇ ਵਿੱਚ ਹੀ ਕੱਢੀ ਗਈ। ਸੋ ਇਸ ਕਿਸਮ ਦਾ ਹਾਸੋਹੀਣਾ ਜਿਹਾ ਮਾਹੌਲ ਬਣ ਗਿਆ, ਕੋਈ ਸੀਰੀਅਸ ਮੁੱਦਾ ਨਹੀਂ ਗਾ। ਔਰ ਇੱਕ ਦੂਜੇ ਨਾਲ ਮਤਲਬ ਤੁਸੀਂ ਇਹ ਵੇਖੋ ਕੰਪੀਟੀਸ਼ਨ ਲੱਗਾ ਇਸ ਗੱਲ ਦਾ ਕਿ ਸਭ ਤੋਂ ਵੱਧ ਰਾਸ਼ਟਰਵਾਦੀ ਕੌਣ ਹੈ, ਇਹ ਵੀ ਸਿੱਧ ਕਰਨ ਦੇ ਵਿੱਚ ਜ਼ੋਰ ਲਾਇਆ ਗਿਆ। ਈਵਨ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਬਿਆਨ ਪ੍ਰਵਾਸੀਆਂ ਬਾਰੇ, ਬੜਾ ਅਤ ਨੀਵੇਂ ਪੱਧਰ ਦਾ ਘਟੀਆ ਕਿਸਮ ਦਾ ਬਿਆਨ। ਤੁਸੀਂ ਵੇਖੋ ਕਿ ਤੂੰ ਪ੍ਰਿਯੰਕਾ ਗਾਂਧੀ ਨੂੰ ਵਡਿਆ ਰਿਹਾ ਕਿ ਪੰਜਾਬੀਆਂ ਦੀ ਨੂੰਹ ਆ, ਪੰਜਾਬੀਆਂ ਨੂੰ ਉਸਦਾ ਸਾਥ ਦੇਣਾ ਚਾਹੀਦਾ। ਠੀਕ ਹੈ, ਤੇਰਾ ਹੱਕ ਬਣਨ ਤੋਂ ਗੱਲ ਕਿਹਾ, ਔਰ ਸੱਚਾਈ ਵੀ ਹੈ ਕਿ ਪ੍ਰਿਯੰਕਾ ਗਾਂਧੀ ਸੱਚਮੁੱਚ ਪੰਜਾਬੀ ਟੱਬਰ 'ਚ ਵੀ ਆਈ ਗਈ। ਪਰ ਤੂੰ ਇੰਨਾ ਖਿਲਰ ਗਿਆ, ਤੂੰ ਇੰਨਾ ਉਲਾਰ ਹੋ ਗਿਆ, ਤੂੰ ਕਹੀ ਜਾਂਦਾ ਕਿ ਯੂਪੀ ਬਿਹਾਰ ਦੇ ਭਈਏ ਰਾਜ ਕਰ ਰਹੇ। ਪਹਿਲੀ ਗੱਲ ਕਿ ਇਹ ਗੱਲਾਂ ਕਿੱਥੋਂ ਦੀ ਗੱਲ ਸੈਂਸਿਬਲ ਸੀ? ਰੇਸਿਜ਼ਮ ਆ ਸ਼ਰੇਆਮ। ਸਾਡੇ ਭਾਈਚਾਰੇ ਦੇ ਲੋਕ ਇੱਥੇ ਆ ਕੇ ਜੇ ਪ੍ਰੀਮੀਅਰ ਬਣ ਸਕਦੇ ਆ, ਅਸੀਂ ਇੱਥੇ MP MLA ਬਣਾ ਸਕਦੇ ਹਾਂ ਆਪਣੇ, ਤੇ ਯੂਪੀ ਬਿਹਾਰ ਦੇ ਲੋਕ ਆ ਕੇ ਜਿਹੜੇ ਮਜ਼ਦੂਰੀ ਕਰਦੇ ਪੰਜਾਬ 'ਚ, ਉਹ ਕਿਉਂ ਨਹੀਂ ਰਾਜ ਕਰ ਸਕਦੇ? ਪਹਿਲੀ ਗੱਲ ਉਹਦਾ ਬਿਆਨ ਇਸ ਕਰਕੇ ਨਿੰਦਣਯੋਗ ਹੈ। ਫਿਰ ਬਿਹਾਰ ਵਾਸਤੇ ਖਾਸ ਕਰਕੇ ਇਤਰਾਜ਼ ਮੈਨੂੰ ਇਸ ਕਰਕੇ ਆ ਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਉੱਥੇ ਹੋਇਆ, ਮੁੱਢਲੇ ਸਾਲ ਉਹਨਾਂ ਦੇ ਉੱਥੇ ਨਿਕਲੇ। ਬਿਹਾਰੀਆਂ ਨਾਲ ਨਹੀਂ ਕਰਨਾ। ਜਦੋਂ ਤਾਂ ਸਿੱਖ ਬੁਨਿਆਦ ਪਰਸਤ ਕਰਦੇ ਸੀ ਗੱਲਾਂ, ਅਸੀਂ ਇਤਰਾਜ਼ ਕਰਦੇ ਸੀਗੇ। ਤੂੰ ਤਾਂ ਆਪਣੇ ਆਪ ਨੂੰ ਸੈਕੂਲਰ ਕਹਾਉਣਾ, ਪ੍ਰੋਗਰੈਸਿਵ ਕਹਾਉਣਾ, ਔਰ ਤੂੰ ਦਲਿਤ ਵੀ ਹੈ। ਸੋ ਤੇਰੇ ਮੂੰਹ ਤੋਂ ਗੱਲਾਂ ਸੋਭਦੀਆਂ ਨਹੀਂ ਸੀਗੀਆਂ। ਉਸ ਗੱਲ ਨੇ ਵੀ ਬੜਾ ਦਿਲ ਨੂੰ ਢਾਇਆ ਕਿ ਤੁਸੀਂ ਵੇਖੋ ਕਿ ਕਿੱਡੀ ਨਫ਼ਰਤ ਭਰੀ ਹੋਈ ਹੈ ਲੋਕਾਂ ਵਿੱਚ ਉਸ ਨੂੰ ਇਹ ਕਿਵੇਂ ਆਪਣੇ ਹੱਕ 'ਚ ਵਰਤਣਾ ਚਾਹੁੰਦਾ। ਔਰ ਫਿਰ ਸਫਾਈ ਕੀ ਦੇ ਰਿਹਾ ਕਿ ਇਸ਼ਾਰਾ ਤਾਂ ਮੇਰਾ ਕੇਜਰੀਵਾਲ ਵੱਲ ਸੀਗਾ। ਸਿੱਧਾ ਹੀ ਕਹਿ ਰਹੇ ਵੀ ਕੇਜਰੀਵਾਲ ਦੇ ਇੱਥੇ ਪੈਰ ਡੱਗਣੇ ਨਹੀਂ ਚਾਹੀਦੇ। ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੀ ਲੀਡਰਸ਼ਿਪ, ਅਸੀਂ ਉਸਦੇ ਪੈਰ ਡੱਗਣ ਨਹੀਂ ਦੇਵਾਂਗੇ।
ਇਹੋ ਜੀ ਜਿਹੜੀ ਰੇਸਿਸ ਕਿਸਮ ਦੀ ਟੀਕਾ ਟਿੱਪਣੀ ਦਾ ਕੀ ਮਤਲਬ ਸੀਗਾ। ਸੋ ਇਹ ਜਿਹੜੀਆਂ ਚਰਨਜੀਤ ਸਿੰਘ ਚੰਨੀ ਵਾਸਤੇ ਵੀ ਉਸ ਪਾਰਟੀ ਵਾਸਤੇ ਅੱਤ ਸ਼ਰਮਨਾਕ ਸੀ। ਪਰ ਇਸ ਤੋਂ ਇਲਾਵਾ ਜਿਹੜੇ ਬਾਕੀ ਵੀ ਨੇ, ਹੁਣ ਭਗਵੰਤ ਮਾਨ ਨੇ ਜਿਵੇਂ ਨਰਿੰਦਰ ਮੋਦੀ ਦਾ ਕਾਫਲਾ ਰੁਕ ਗਿਆ ਫਿਰੋਜ਼ਪੁਰ ਦੇ ਬਾਹਰ, ਉਹਨੇ ਵੀ ਰਾਸ਼ਟਰਵਾਦ ਦਾ ਪੱਲਾ ਫੜ ਲਿਆ। ਹੋ ਕੀ ਰਿਹਾ ਕਿ ਜਿਹੜੀ 60-40 ਦੀ ਰੇਸ਼ੀਓ ਹੈ, ਬੀਜੇਪੀ ਨੂੰ ਭੁਲੇਖਾ ਕਿ 40% ਜਿਹੜੀ ਸ਼ਹਿਰੀ ਹਿੰਦੂ ਵੋਟ ਆ ਸਾਡੀ ਜੇਬ 'ਚ ਪੱਕੇ ਤੌਰ ਤੇ ਪਈ ਹੋਈ ਹੈ, ਤੇ ਸਿੱਖਾਂ 'ਚ ਕਿਵੇਂ ਪੇਂਡੂ ਇਲਾਕੇ 'ਚ ਕਿਵੇਂ ਖਲਾਰਾ ਪਾਉਣਾ, ਉਹਦੇ 'ਚੋਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਨੇ। ਵੋਟਾਂ ਸਪਲਿਟ ਹੋਈਆਂ ਆਪਸ 'ਚ, ਐਂਟੀ ਬੀਜੇਪੀ ਵੋਟ ਜਿਹੜੀ ਸਪਲਿਟ ਹੋਈ ਹੈ। ਕਿਸਾਨ ਨੇਤਾ ਜਿਹੜੇ ਇਲੈਕਸ਼ਨ 'ਚ ਕੁੱਦੇ ਨੇ ਆ ਕੇ, ਉਹ ਤਾਂ ਸ਼ਰੇਆਮ ਬੀਜੇਪੀ ਦੇ ਸੇਵਾ ਹੀ ਕਰ ਰਹੇ ਨੇ ਕਿ ਬਾਕੀ ਸਾਰੀ ਵੋਟ ਸਪਲਿਟ ਕਰਤੀ ਉਹਨਾਂ ਨੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਕੀ ਕਵਾਂਗੇ। ਹੁਣ ਹਰਦੀਪ ਸਿੱਧੂ ਦੀ ਮੌਤ ਦੇ ਮਾਮਲੇ 'ਚ ਜਿਵੇਂ ਮੈਂ ਮਹਿਸੂਸ ਕਰਦਾ ਕਿ ਜਾਂਚ ਹੋਣੀ ਚਾਹੀਦੀ ਹੈ, ਪਰ ਸਵਾਲ ਪੈਦਾ ਹੁੰਦਾ ਜਾਂਚ ਕਰੂਗਾ ਕੌਣ? ਕਿਹੜੀਆਂ ਅਦਾਲਤਾਂ ਜਾਂਚ ਕਰਨਗੀਆਂ? ਉਹ ਅਦਾਲਤਾਂ ਜਾਂਚ ਕਰਨਗੀਆਂ ਜਿਨ੍ਹਾਂ ਨੇ ਗੁਰਮੀਤ ਰਾਮ ਰਹੀਮ ਨੂੰ ਫਰਲੋ ਛੱਡ ਦਿੱਤਾ? ਕੀ ਉਹ ਅਦਾਲਤਾਂ ਜਾਂਚ ਕਰਨਗੀਆਂ ਜਿਨ੍ਹਾਂ ਨੇ ਅਜੈ ਮਿਸ਼ਰੇ ਦੇ ਬੇਟੇ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਹਨੇ ਕਿਸਾਨਾਂ ਉੱਪਰ ਗੱਡੀ ਚਾੜੀ ਸੀਗੀ? ਅਸੀਂ ਉਹਨਾਂ ਅਦਾਲਤਾਂ ਤੋਂ ਇਨਸਾਫ ਜਾਂ ਜਾਂਚ ਦੀ ਆਸ ਕਰ ਸਕਦੇ ਹਾਂ? ਹੁਣ ਤਾਂ ਲੈ ਦੇ ਕੇ ਇਹੀ ਹੈ ਕਿ ਸੁਣਨ 'ਚ ਆ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਜਾਂਚ ਕਰਵਾਉਣਗੇ, ਕਿਉਂਕਿ ਸਾਬਕਾ ਪੁਲਿਸ ਅਫਸਰ ਨੇ, ਕਾਨੂੰਨ ਦੀ ਉਹਨਾਂ ਨੂੰ ਸਮਝ ਹੈ, ਫੋਰੈਂਸਿਕ ਐਕਸਪਰਟ ਲੈ ਕੇ ਜਾਂਚ ਕਰਵਾਉਣਗੇ। ਸ਼ਾਇਦ ਉਸ ਜਾਂਚ ਤੋਂ ਕੁਝ ਨਿਕਲੇ। ਅਦਰਵਾਈਜ਼ ਜੇ ਆਪਾਂ ਇਹ ਕਹੀਏ ਅਦਾਲਤੀ ਜਾਂਚ ਕੋਈ ਹੋਵੇਗੀ, ਤੇ ਪਹਿਲੀ ਗੱਲ ਤਾਂ ਹੋਣ ਦੀ ਕੋਈ ਸੰਭਾਵਨਾ ਹੈ ਨਹੀਂ। ਜੇ ਹੋ ਵੀ ਗਈ ਤੇ ਇਨਸਾਫ ਦੀ ਕੋਈ ਸੰਭਾਵਨਾ ਨਹੀਂ। ਜਿਹੋ ਜਿਹੇ ਉਹਨਾਂ ਨੇ ਜਿਹੜੇ ਕੁਕਰਮ ਕਰਨ ਵਾਲੇ ਲੋਕ ਬਾਹਰ ਛੱਡੇ ਆ, ਉਸ ਤੋਂ ਤਾਂ ਕਿਸੇ ਨੂੰ ਆਸ ਕਰ ਵੀ ਨਹੀਂ ਸਕਦੇ ਕਿ ਰਾਮ ਰਹੀਮ ਨੂੰ ਤੁਸੀਂ ਛੱਡ ਦਿੱਤਾ, ਉਹਨੂੰ ਹੁਣ Z+ ਸਿਕਿਉਰਿਟੀ ਦੇ ਰਹੇ, ਇਹ ਵੀ ਸੁਣਨ 'ਚ ਆਇਆ। ਸੋ ਇਹੋ ਜਿਹੇ ਪ੍ਰਬੰਧ, ਇਹੋ ਜਿਹੇ ਨਿਜ਼ਾਮ ਤੋਂ ਅਸੀਂ ਕਿਸ ਕਿਸਮ ਦੀ ਆਸ ਰੱਖ ਸਕਦੇ ਹਾਂ? ਔਰ ਜਿਹੜੇ ਮਾਫ ਕਰਨਾ ਵੱਡੀਆਂ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ 'ਚ ਨਿਤਰੇ ਸੀਗੇ, ਹਿੰਦੂਤਵ ਨਾਲ ਕਿਸੇ ਨੇ ਚੈਲੰਜ ਨਹੀਂ ਕੀਤਾ, ਔਰ ਜਿਸ ਤਰੀਕੇ ਦੀ ਬਿਆਨਬਾਜ਼ੀਆਂ ਔਰ ਹਾਸੋਹੀਣਾ ਮਜ਼ਾਕ, ਮਤਲਬ ਹਾਸੋਹੀਣਾ ਮਾਹੌਲ ਬਣਾ ਲਿਆ, ਇਸ ਤੋਂ ਕਿਸੇ ਕਿਸਮ ਦੀ ਆਸ ਨਹੀਂ ਕੀਤੀ ਜਾ ਸਕਦੀ ਕਿ ਕੋਈ ਸੁਧਾਰ ਹੋਵੇਗਾ। ਹੁਣ ਲੈ ਦੇ ਕੇ ਇਹੀ ਹੈ ਕਿ ਸਿਮਰਨਜੀਤ ਸਿੰਘ ਮਾਨ ਵਰਗਾ ਕੋਈ ਵਿਅਕਤੀ ਇੱਕ MLA ਚੁਣਿਆ ਜਾਵੇ, ਵਿਧਾਨ ਸਭਾ 'ਚ ਬਹਿ ਜਾਏ, ਸ਼ਾਇਦ ਕੋਈ ਉੱਥੇ ਜਾ ਕੇ ਕੋਈ ਗੱਲ ਲੋਕਾਂ ਦੀ ਉਠਾਵੇ। ਇਸ ਤੋਂ ਬਾਅਦ ਆਸ ਕਰਨੀ ਇਸ ਵੇਲੇ ਬਹੁਤ ਔਖੀ ਹੈ। ਬਿਲਕੁਲ ਜੀ, ਇਹ ਹਨੇਰੇ 'ਚ ਜਦੋਂ ਮਾਹੌਲ ਬਣਿਆ ਹੋਇਆ, ਇਸ ਦੇ ਵਿੱਚ ਕਿਤੇ ਨਾ ਕਿਤੇ ਜੇ ਕੋਈ ਚਾਨਣ ਆਉਂਦਾ ਹੈ ਜਾਂ ਕੋਈ ਰੌਸ਼ਨੀ ਹੈ ਇਹੋ ਜਿਹੀ, ਤਾਂ ਕਹੀ ਜਾ ਸਕਦੀ ਹੈ। ਪਰ ਇੱਕ ਗੱਲ ਅਫਸੋਸਨਾਕ ਹੈ ਕਿ ਜਿਸ ਤਰ੍ਹਾਂ ਦਾ ਪੰਜਾਬ ਦੀਆਂ ਚੋਣਾਂ ਦੇ ਵਿੱਚ ਇਸ ਵਾਰ ਮਾਹੌਲ ਵੇਖਣ ਨੂੰ ਮਿਲਿਆ, ਸ਼ਾਇਦ ਆਪਣੇ ਆਪ ਦੇ ਵਿੱਚ ਬੜਾ ਅਜੀਬ ਕਿਸਮ ਦਾ ਮਾਹੌਲ ਸੀ ਕਿ ਕੋਈ ਮੁੱਦਾ ਗੰਭੀਰਤਾ ਨਾਲ ਹੈ ਹੀ ਨਹੀਂ, ਕਿਸੇ ਮੁੱਦੇ ਦੇ ਉੱਪਰ ਕੇਂਦਰਿਤ ਨਹੀਂ ਕੋਈ ਗੱਲਬਾਤ। ਸਿਰਫ ਇਹੀ ਹੈ ਕਿ ਮਾਹੌਲ ਇਸ ਤਰ੍ਹਾਂ ਦਾ ਬਣਾ ਲਓ, ਕਿਸੇ ਨੂੰ ਕੋਈ ਸਮਝ ਨਹੀਂ ਲੱਗਦੀ। ਇੱਕ ਦਿਨ ਕੋਈ ਚੋਣ ਪ੍ਰਚਾਰ ਕਰਦਾ, ਉਹ ਆਪਣਾ ਪ੍ਰਭਾਵ ਪੈਦਾ ਕਰਦਾ, ਦੂਸਰੇ ਦਿਨ ਦੂਜਾ। ਲੋਕਾਂ ਦੇ ਅੱਗੇ ਇਸ ਗੱਲ ਦੇ ਲਈ ਫੈਸਲਾ ਕਰਨਾ ਕਿ ਕੀ ਸੱਚਮੁੱਚ ਸਾਡੇ ਲਈ ਕੋਈ ਸਹਿਯੋਗੀ ਜਾਂ ਸਾਡੇ ਭਵਿੱਖ ਨੂੰ, ਸਾਡੀ ਹੋਣੀ ਨੂੰ ਕੋਈ ਸਹੀ ਢੰਗ ਨਾਲ ਪੇਸ਼ ਕਰਨ ਵਾਲਾ ਹੋਏਗਾ। ਜਦੋਂ ਦੀਪ ਸਿੱਧੂ ਨੇ ਵਾਰ-ਵਾਰ ਇਸ ਗੱਲ ਦੇ ਲਈ ਇਹ ਆਵਾਜ਼ ਉਠਾਈ ਕਿ ਗੱਲ ਕੇਵਲ ਇਹ ਨਹੀਂ ਕਿ ਸਾਡੀ ਫਸਲ ਤੱਕ ਹੀ ਮਹਿਦੂਦ ਹੈ, ਗੱਲ ਸਾਡੀ ਪਛਾਣ ਤੱਕ ਵੀ ਜਾਂਦੀ ਹੈ, ਗੱਲ ਸਾਡੀ ਹੋਂਦ ਤੱਕ ਵੀ ਜਾਂਦੀ ਹੈ। ਪੰਜਾਬ ਦੀ ਹੋਂਦ ਇੱਕ ਵੱਖਰੀ ਹੋਂਦ ਸੀ, ਉਸ ਦੀ ਸਾਰੀ ਗੱਲਬਾਤ ਇਸ ਗੱਲ 'ਤੇ ਕੇਂਦਰਿਤ ਸੀ। ਪੰਜਾਬ ਨਾਬਰੀ ਦੀ ਮਿਸਾਲ ਹੈ। ਪੰਜਾਬ ਦੇ ਲੋਕ ਨਾਬਰ ਕਿਸਮ ਦੀ ਸੋਚ ਰੱਖਦੇ ਨੇ, ਬਾਗੀ ਸੋਚ ਰੱਖਦੇ ਨੇ। ਇਹ ਬਾਗੀ ਸੋਚ ਦੇ ਵਿੱਚੋਂ ਹੀ ਗੁਰੂ ਸਾਹਿਬ ਨੇ ਜੋ ਖਾਲਸਾ ਸ਼ਬਦ ਚੁਣਿਆ, ਜਾਂ ਸਿੱਧਾ ਅਕਾਲ ਪੁਰਖ ਨਾਲ ਜੁੜਿਆ, ਜਾਂ ਬਾਗੀ, ਖਾਲਸਾ ਜਾਂ ਆਜ਼ਾਦ ਜਾਂ ਬਾਗੀ। ਇਹ ਗੱਲ ਨੂੰ ਲੈ ਕੇ ਜਦੋਂ ਇਸ ਗੱਲ ਦਾ ਉਹਨਾਂ ਵਿਸਤਾਰਪੂਰਵਕ ਵਿਵਰਣ ਦਿੱਤਾ, ਤੇ ਨਾਲ ਇਹ ਗੱਲ ਪੇਸ਼ ਕੀਤੀ ਕਿ ਭਾਰਤ ਦੀ ਜੋ ਫਾਸ਼ੀਵਾਦੀ ਮੌਜੂਦਾ ਸਰਕਾਰ ਹੈ, ਇਸ ਦੇ ਵਿੱਚ ਮੋਦੀ ਤੇ ਸ਼ਾਹ, ਇਹ ਦੋ ਹੀ ਲੋਕ ਨੇ ਜਿਹੜੇ ਫੈਸਲਾਕੁਨ ਕੰਮ ਕਰਦੇ ਨੇ। ਕੋਈ ਖੇਤੀ ਮੰਤਰੀ, ਕੋਈ ਹੋਰ ਕਿਸੇ ਕਿਸਮ ਦਾ ਉਹਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਹੈ। ਇਹ ਗੱਲ ਸੱਚ ਵੀ ਹੈ। ਅੱਜ ਜੋ ਕੁਝ ਹੋ ਰਿਹਾ ਹੈ, ਅੱਜ ਪੰਜਾਬ ਦੇ ਇਲਾਵਾ ਦੇਸ਼ ਦੀਆਂ ਬਾਕੀ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਨੇ, ਉਹਨਾਂ ਦੇ ਵੀ ਰਿਜ਼ਲਟ ਸਾਹਮਣੇ ਨੇ। ਬਾਅਦ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ। ਹੁਣ ਚੋਣ 'ਚ ਇਹ ਵੀ ਆ ਰਿਹਾ ਕਿ ਜੇਕਰ ਪੰਜਾਬ ਦੇ ਵਿੱਚ ਅਮਿਤ ਸ਼ਾਹ ਗ੍ਰਹਿ ਮੰਤਰੀ ਕਹਿ ਰਿਹਾ ਕਿ ਕਿਸੇ ਨੂੰ ਸਾਫ਼ ਜਿਹੜੀ ਬਹੁਮਤ ਨਹੀਂ ਮਿਲਦਾ, ਤੇ ਅਸੀਂ ਗੱਠਜੋੜ ਵੀ ਕਰ ਸਕਦੇ ਹਾਂ, ਕੁਝ ਵੀ ਹੋ ਸਕਦਾ। ਸਿਧਾਂਤ ਜਾਏ ਠੱਠੇ ਖੂਚ, ਕਿਸਾਨਾਂ ਦੀ ਗੱਲ ਖਤਮ, ਕਿਸਾਨ ਸੰਘਰਸ਼ ਦੀ ਜਿਹੜੀ ਜੋ ਸਟਰਗਲ ਚੱਲਿਆ ਉਸ ਦੀ ਗੱਲ ਖਤਮ, ਤੇ ਹੁਣ ਕੁਝ ਵੀ ਗੱਠਜੋੜ ਹੋ ਸਕਦਾ। ਇਸ ਦਾ ਸੰਕੇਤ, ਗ੍ਰਹਿ ਮੰਤਰੀ ਦੇ ਇਸ ਨਾਅਰੇ ਦਾ ਸੰਕੇਤ, ਇਹ ਵੀ ਬੜੇ ਡੂੰਘੇ ਅਰਥ ਰੱਖਦਾ। ਦੇਖੋ ਗੱਲ ਅਸਲ ਗੁੰਦਰ ਸਿੰਘ ਜੀ, ਇੱਕ ਬੜਾ ਸਿਧਾਂਤ ਆਮ ਜਿਹਾ ਚੱਲਦਾ ਸਿਆਸਤ 'ਚ। ਸਿਆਸਤ 'ਚ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂਗਾ, ਕੋਈ ਕਿਸੇ ਦਾ ਪੱਕਾ ਮਿੱਤ ਨਹੀਂਗਾ। ਸਮੇਂ-ਸਮੇਂ ਤੇ ਸਥਿਤੀਆਂ ਦੇ ਹਿਸਾਬ ਨਾਲ ਤੁਹਾਡੇ ਦੋਸਤ ਦੁਸ਼ਮਣ ਜਿਹੜੇ ਆ ਬਦਲਦੇ ਜਾਂਦੇ। ਅਮਰੀਕਾ ਦੇ ਸਿੱਧੇ ਤੌਰ 'ਤੇ ਕਹਿੰਦੇ ਕਿ ਸਾਡਾ ਤਾਂ ਕੋਈ, ਅਮਰੀਕਾ ਦਾ ਤਾਂ ਕੋਈ ਪੱਕਾ ਦੁਸ਼ਮਣ ਤੇ ਦੋਸਤ ਰਿਹਾ ਹੀ ਨਹੀਂਗਾ। ਜਦੋਂ ਕਦੇ ਕਿਸੇ ਵੇਲੇ ਗਦਾਫੀ ਦੇ ਨਾਲ ਸਮਝੌਤਾ ਸੀ, ਕਿਸੇ ਵੇਲੇ ਗਦਾਫੀ ਦੇ ਉਲਟ ਚੱਲ ਪਏ। ਉਹ ਗੱਲਾਂ ਤਾਂ ਹਿੰਦੁਸਤਾਨ 'ਚ ਆਮ ਹੀ ਹੋ ਰਹੀਆਂ ਜੀ। ਸੋ ਉੱਥੇ ਜਿਹੜਾ ਜਦੋਂ ਇਹ ਤੋੜ ਉਛੋੜਾ ਕੀਤਾ ਅਕਾਲੀਆਂ ਨੇ ਕਿਸਾਨ ਮੁੱਦੇ ਨੂੰ ਲੈ ਕੇ,
ਸ਼ੰਕਾਵਾਂ ਉਦੋਂ ਹੀ ਪੈਦਾ ਹੋ ਗਈਆਂ ਸੀਗਾ ਕਿ ਡਰਾਮੇਬਾਜ਼ੀ ਆ। ਅਕਾਲੀ ਨੂੰ ਨਜ਼ਰ ਆ ਰਿਹਾ ਸੀ ਕਿ ਬੀਜੇਪੀ ਦੇ ਚਿਮੜੇ ਰਹੇ ਤਾਂ ਅਸੀਂ ਖਤਮ ਹੋ ਜਾਵਾਂਗੇ, ਥੋੜ੍ਹੀ ਦੇਰ ਲਈ ਕਿਨਾਰਾਕਸ਼ੀ ਕਰ ਲਓ, ਕਿਸਾਨਾਂ ਨੂੰ ਨਾਲ ਜੋੜ ਲਓ। ਸੋ ਹੁਣ ਜਿਹੜੀ ਉੱਥੇ ਵੋਟਾਂ ਖਿਲਰ ਗਈਆਂ ਉਹਦੇ ਵਿੱਚ ਅਕਾਲੀਆਂ ਨੂੰ ਫਾਇਦਾ ਹੋਣ ਦੇ ਚਾਂਸਸ ਨੇ, ਜਿਹੜੇ ਹਕੀਕਤ ਇਹ ਦੱਸ ਰਹੀ ਹੈ। ਸੋ ਉਸ ਨਾਤੇ ਜੇ ਕੱਲ੍ਹ ਨੂੰ ਲੰਗੜੀ ਸਰਕਾਰ ਬਣਦੀ ਅਕਾਲੀਆਂ ਦੀ, ਤੇ ਪੂਰੀ ਸੰਭਾਵਨਾ ਇਸ ਗੱਲ ਦੀ ਕਿ ਬੀਜੇਪੀ ਉਹਨਾਂ ਨੂੰ ਸਹਿਯੋਗ ਦੇਵੇਗੀ, ਕਿਉਂਕਿ ਜਦੋਂ ਪਹਿਲਾਂ ਵੀ ਇਕੱਠੇ ਰਹਿ ਚੁੱਕੇ ਨੇ। ਤੁਸੀਂ ਵੇਖੋ ਖਾੜਕੂਬਾਦ ਵੇਲੇ ਇਹੀ ਬੀਜੇਪੀ ਅਕਾਲੀਆਂ ਨੂੰ ਭੜਦੀ ਹੁੰਦੀ ਸੀ ਕਿ ਅਕਾਲੀ ਮਿਲੀਟੈਂਟਾਂ ਦੇ ਭੋਗਾਂ 'ਤੇ ਜਾਂਦੇ ਆ, ਅਸੀਂ ਮਤਲਬ ਉਹਨਾਂ ਦਾ ਵਿਰੋਧ ਕਰਦੇ ਹਾਂ ਇਸ ਗੱਲ ਲਈ। ਔਰ ਉਸ ਤੋਂ ਬਾਅਦ ਜਦੋਂ ਖਾੜਕੂਬਾਦ ਦੇ ਇੱਕਦਮ ਬਾਅਦ ਜਦੋਂ ਪਹਿਲੀ ਵਾਰ ਬਾਦਲ ਸਾਹਿਬ ਸੱਤਾ ਵਿੱਚ ਆਉਂਦੇ ਤਾਂ ਬੀਜੇਪੀ ਨਾਲ ਹੁੰਦੀ ਉਹਨਾਂ ਦੇ। ਉਸ ਤੋਂ ਪਹਿਲਾਂ ਇਹੀ ਬੀਜੇਪੀ ਅਕਾਲੀ ਨੂੰ ਭੜਦੀ ਹੁੰਦੀ ਸੀ, ਅਕਾਲੀ ਦਲ ਵਾਲੇ ਬੀਜੇਪੀ ਨੂੰ ਭੜਦੇ ਹੁੰਦੇ ਸੀਗੇ। ਫਿਰ ਬਾਅਦ 'ਚ ਹਿੰਦੂ ਸਿੱਖ ਏਕਤਾ ਦੀ ਗੱਲਾਂ ਚੱਲਣ ਲੱਗ ਪਈਆਂ, ਫਿਰ 9 ਮਾਸ ਦੇ ਰਿਸ਼ਤੇ ਦੀਆਂ ਗੱਲਾਂ ਚੱਲਣ ਲੱਗ ਪਈਆਂ। ਫਿਰ ਕਿਸਾਨ ਅੰਦੋਲਨ ਤੋਂ ਪਹਿਲਾਂ ਬੀਬੀ ਹਰਸਿਮਰਤ ਬਾਦਲ ਇਹਨਾਂ ਕਾਨੂੰਨਾਂ ਨੂੰ ਜਸਟੀਫਾਈ ਕਰਦੀ ਆਈ ਆ। ਫਿਰ ਬਾਅਦ 'ਚ ਪਤਾ ਨਹੀਂ ਕੀ ਹੋਇਆ ਤੇ ਕਿਨਾਰਾ ਕਰ ਲਿਆ। ਹੁਣ ਉਸ ਤੋਂ ਬਾਅਦ ਫਿਰ ਜਿਹੜੇ ਆਹ ਹਾਲਾਤ ਨੇ। ਸੋ ਇਸ ਕਰਕੇ ਇਹਨਾਂ ਦੇ ਤਾਂ ਖਾਸੇ ਵਿੱਚ ਹੈ, ਇਹ ਥੁੱਕ ਕੇ ਚੱਟਣ ਵਾਲੇ ਸਿਆਸਤਦਾਨ ਨੇ, ਇਹਨਾਂ ਨੇ ਇਹੀ ਕੁਝ ਕਰਨਾ। ਸੰਤ ਰਾਮਦਾਸੀ ਦੇ ਵੀ ਬੋਲ ਸੀਗੇ ਕਿ ਆਪੇ ਥੁੱਕ ਕੇ ਆਪ ਚੜ੍ਹ ਜਾਂਦੇ। ਇਹ ਉਸ ਕਿਸਮ ਦੀ ਇਹ ਪਨੀਰੀ ਹੈ, ਉਸ ਕਿਸਮ ਦੇ ਲੋਕ ਨੇ। ਸੋ ਇਸ ਸੰਭਾਵਨਾ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਹਿੰਦੂਤਵਾ ਨੂੰ ਕਿਸੇ ਨੇ ਉਸ ਤਰੀਕੇ ਨਾਲ ਚੈਲੰਜ ਨਹੀਂ ਕੀਤਾ ਇਲੈਕਸ਼ਨਾਂ ਵਿੱਚ ਜਾਂ ਅੱਗੇ ਪਿੱਛੇ, ਇਹ ਵੀ ਗੱਲ ਸੱਚ ਹੈ। ਸੋ ਜੋ ਵਕਤੀ ਤੌਰ 'ਤੇ ਅਕਾਲੀਆਂ ਨੇ ਪਾਸਾ ਵੱਟਿਆ, ਇਸ ਕਰਕੇ ਵੀ ਕਿਸਾਨਾਂ ਦੇ ਵਿੱਚ ਜਿਹੜਾ ਜਿੱਥੇ ਸਾਡਾ ਆਧਾਰ ਹੈ ਉਹ ਨਾ ਖੁੱਸ ਜਾਵੇ। ਫਿਰ ਤੁਸੀਂ ਵੇਖੋ ਕਿ ਇਨ ਦਾ ਮੀਨ ਟਾਈਮ ਮਦਨ ਮੋਹਨ ਮਿੱਤਲ ਵਰਗੇ ਨੂੰ ਨਾਲ ਜੋੜਿਆ ਗਿਆ, ਜਿਹੜਾ ਕਿ ਬੀਜੇਪੀ ਦਾ ਪੁਰਾਣਾ ਇੱਕ ਸਿਰ ਕੱਢ ਨੇਤਾ, ਉਹ ਅਕਾਲੀਆਂ ਦੇ ਵਿੱਚ ਜਾ ਸ਼ਾਮਲ ਹੋਇਆ। ਕੀ ਉਸਨੇ RSS ਨਾਲ ਆਪਣਾ ਨਾਤਾ ਤੋੜ ਲਿਆ? ਇਹ ਸਵਾਲ ਹੈ। ਫਿਰ ਤੁਸੀਂ ਸ਼ਿਵ ਸੈਨਾ ਵਰਗੇ ਕੱਟੜਪੰਥੀ ਗਰੁੱਪ ਨਾਲ ਹੱਥ ਮਿਲਾਏ ਨੇ ਸੁਖਬੀਰ ਸਿੰਘ ਬਾਦਲ ਨੇ, ਉਹਦੀ ਕੀ ਸਫਾਈ ਹੈ ਜੇ ਬੀਜੇਪੀ ਤੋਂ ਪਾਸਾ ਹੀ ਵੱਟਣਾ ਸੀਗਾ? ਜੇ ਤੁਸੀਂ ਕਹਿੰਦੇ ਹੋ ਕਿ ਜੀ ਬੀਜੇਪੀ RSS ਵਾਲੇ ਸੱਚਮੁੱਚ ਟੁਕੜੇ ਗੈਂਗ ਨੇ, ਤੇ ਤੁਹਾਡੀ ਇਹਦੀ ਕੀ ਸਫਾਈ ਹੈ ਕਿ ਆਹ ਜਿਹੜੇ ਹਿੰਦੂਤਵੀ ਗਰੁੱਪ ਤੁਸੀਂ ਦੂਜੇ ਲਈ ਫਿਰਦੇ ਨਾਲ, ਜਿਹੜੀ B ਟੀਮ ਹੈ ਉਹਨਾਂ ਲੋਕਾਂ ਦੀ? ਸੋ ਇਹ ਕਈ ਤਰ੍ਹਾਂ ਦੇ ਸਵਾਲ ਨੇ ਆ ਵਾਲੇ, ਜਿਸ ਤੋਂ ਇਹ ਗੱਲ ਕਲੀਅਰ ਹੈ ਕਿ ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਦਿਆਨਤਦਾਰੀ ਹੈ ਨਹੀਂ। ਇਹਨਾਂ ਤੋਂ ਇਹੀ ਆਸ ਕੀਤੀ ਜਾ ਸਕਦੀ ਕੱਲ੍ਹ ਨੂੰ ਜੇ ਮੌਕਾ ਇਹਨਾਂ ਨੂੰ ਮਿਲਦਾ ਹੋਇਆ, ਇਹ ਗਧੇ ਨੂੰ ਵੀ ਆਪਣਾ ਬਾਪ ਬਣਾਉਣਗੇ। ਜਾਂ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਜੋ ਲਗਾਤਾਰ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ, ਇੱਕ ਵਾਰ ਇਹ ਹਾਲਾਤ ਪੈਦਾ ਹੋ ਗਏ ਨੇ ਕਿ ਉਹਨਾਂ ਪੰਜਾਬੀਆਂ ਨੂੰ ਜਿਹੜੇ ਕਿ ਕਦੇ ਇਹ ਗੱਲ ਕਰਦੇ ਸੀ ਕਿ ਅਸੀਂ ਅਗਵਾਈ ਦੇਣੀ ਹੈ, ਚਾਹੇ ਅਗਵਾਈ ਸੱਤਾ ਪੱਖੋਂ ਦੇਣੀ ਹੈ, ਚਾਹੇ ਅਗਵਾਈ ਕਿਸਾਨੀ ਸੰਘਰਸ਼ ਪੱਖੋਂ ਦੇਣੀ ਹੈ, ਜ਼ੁਬਾਨ ਦੇ ਸੰਘਰਸ਼ ਲਈ ਅਗਵਾਈ ਦੇਣੀ ਹੈ, ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ, ਅੱਜ ਫਿਰ ਇੱਕ ਇਸ ਤਰ੍ਹਾਂ ਦੇ ਚੁਰਾਹੇ 'ਤੇ ਉਹ ਆ ਖੜੇ ਨੇ ਜਿੱਥੇ ਕਿ ਰਾਜਨੀਤੀ ਜਿਹੜੀ ਰਵਾਇਤੀ ਹੈ ਉਹ ਪੂਰੀ ਤਰ੍ਹਾਂ ਆਪਣੇ ਪਰ ਪਸਾਰ ਚੁੱਕੀ ਹੈ। ਆਮ ਕਰਕੇ ਰਾਜਨੀਤੀ ਦੇ ਵਿੱਚ ਇਹ ਵੀ ਸੰਕਲਪ ਚੱਲਦਾ ਕਿ ਜੋ ਡਾਰਵਿਨ ਦਾ ਸਿਧਾਂਤ ਹੈ, ਥਿਊਰੀ ਹੈ, ਸਰਵਾਈਵਲ ਆਫ ਦਾ ਫਿਟੈਸਟ, ਕਿ ਜਿਹੜੇ ਤਕੜੇ ਨੇ ਉਹ ਆਪਣੇ ਆਪ ਹੋਂਦ ਕਾਇਮ ਕਰ ਲੈਣ, ਜਿਹੜੇ ਸੱਤਾਧਾਰੀ ਨੇ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਪੀੜਤ ਵਰਗ ਹੈ ਜਿਹੜਾ ਉਹ ਇਸ ਦੇ ਵਿੱਚ ਬਚਾਅ ਦੇ ਪੱਖੋਂ ਸਾਡੇ ਲਈ ਮੁੱਖ ਮੁੱਦਾ ਹੋਵੇਗਾ। ਇਸ ਲਈ ਉਹ ਇਸ ਗੱਲ 'ਤੇ ਛੱਡ ਦਿੰਦੇ ਨੇ ਕਿ ਅਸੀਂ ਸੱਤਾ ਹਾਸਲ ਕਰਨੀ ਹੈ, ਤਾਕਤਵਰ ਲੋਕ ਜਿਹੜੇ ਆ ਮੂਹਰੇ ਹੋਣਗੇ, ਬਾਕੀ ਜਿਹੜੇ ਪਿਸਦੇ ਆ ਪਿੱਛੇ ਜਾਣਗੇ। ਸੋ ਗੁਰਪ੍ਰੀਤ ਸਿੰਘ ਜੀ, ਅਖੀਰ 'ਚ ਇਹ ਸਾਰੇ ਹਾਲਾਤ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਅਸਲ ਹੈ ਕਿ ਜਿਹੜੀ ਤੁਸੀਂ ਹੁਣ ਗੱਲ ਅਖੀਰ 'ਚ ਕਹੀ ਉੱਤੇ ਮੈਂ ਜ਼ੋਰ ਦੇਣ ਦੀ ਕੋਸ਼ਿਸ਼ ਕਰੂੰਗਾ ਕਿ ਇਹੋ ਜਿਹੇ ਹਾਲਾਤ ਅਸੀਂ ਅਮਰੀਕਾ 'ਚ ਵੀ ਦੇਖੇ ਆ, UK 'ਚ ਵੀ ਵੇਖੇ, ਕੈਨੇਡਾ 'ਚ ਵੀ ਵੇਖ ਰਹੇ ਹਾਂ। ਇੱਕ ਸਿਧਾਂਤ ਹੈ ਡਾਰਵਿਨ ਦਾ ਜਿਹੜਾ ਇਹ ਕਹਿੰਦਾ ਕਿ ਵੀ ਜੰਗਲ ਦਾ ਰਾਜ ਹੈ, ਜਿਹੜਾ ਤਕੜਾ ਹੋਊਗਾ ਬਚਿਆ ਰਹੂਗਾ, ਬਾਕੀ ਆਪਣਾ ਆਪ ਸਾਂਭਣ। ਉਹ ਇਹ ਜਿਹੜੀ ਫਿਲਾਸਫੀ ਹੈ ਜਿਸ ਦੇ ਤਹਿਤ ਰਾਈਟ ਵਿੰਗ ਫੋਰਸਿਸ ਸਾਰੇ ਸੰਸਾਰ ਵਿੱਚ ਪੋਲਿਟਿਕਸ ਚਲਾਉਂਦੇ ਕਿ ਸਰਕਾਰਾਂ ਨੂੰ ਕਿਸੇ ਦੀ ਮਦਦ ਕਰਨ ਦੀ ਲੋੜ ਨਹੀਂ, ਕਿਸੇ ਗਰੀਬ ਦੀ ਮਦਦ ਕਰਨ ਦੀ ਲੋੜ ਨਹੀਂ, ਕਿਸੇ ਹਾਸ਼ੀਆਗ੍ਰਸਤ ਵਿਅਕਤੀ ਦੀ ਮਦਦ ਕਰਨ ਦੀ ਲੋੜ ਨਹੀਂ, ਮਾਈਨੋਰਟੀਜ਼ ਜਾਂ ਘੱਟ ਗਿਣਤੀਆਂ ਲਈ ਉਚੇਜ ਕਰਨ ਦੀ ਲੋੜ ਨਹੀਂ। ਇਹ ਉਹਨਾਂ ਦੀ ਸੋਚ ਹੈ ਕਿਉਂਕਿ ਸਭ ਆਪਣੇ ਰਹਿਮੋ ਕਰਮ ਦੇ ਨੇ। ਜੇ ਤੁਸੀਂ ਧਿਆਨ ਨਾਲ ਵੇਖੋ ਤਾਂ ਹਿੰਦੂਤਵਾ ਦੀ ਸੋਚ ਇਸ ਤੋਂ ਕੋਈ ਭਿੰਨ ਨਹੀਂ ਹੈ। ਫਰਕ ਸਿਰਫ ਹੈ ਨਾ ਕਿ ਉਹਨਾਂ ਦੇ ਜਿਹੜਾ ਸੰਕਲਪ ਹੈ ਉਹ ਵੇਦ ਸ਼ਾਸਤਰਾਂ 'ਚ ਆਉਂਦਾ, ਜਿਹੜੇ ਕਹਿੰਦੇ ਜੋ ਅਸੀਂ ਭੋਗ ਰਹੇ ਹਾਂ ਸਾਡੇ ਕਰਮਾਂ ਦਾ ਫਲ ਆ, ਜਿਹੋ ਜਿਹੇ ਕਰਮ ਕੀਤੇ ਨੇ ਉਸ ਦਾ ਫਲ ਅਸੀਂ ਭੋਗ ਰਹੇ ਹਾਂ। ਸੋ ਜਿਹੜੇ ਤੁਸੀਂ ਕਰਮ ਕੀਤੇ ਨੇ ਉਸ ਦੇ ਤੁਹਾਨੂੰ ਫਲ ਭੋਗਣਾ ਹੀ ਪੈਣਾ। ਉਸ ਨੁਕਤੇ ਤੋਂ ਉਹ ਵੀ ਇਹਨਾਂ ਗੱਲਾਂ ਦੇ ਖਿਲਾਫ ਨੇ, ਰਿਆਇਤਾਂ ਦੇਣ ਦੇ ਜਾਂ ਘੱਟ ਗਿਣਤੀਆਂ ਨੂੰ ਜਾਂ ਜਿਹੜੇ ਕਹਿੰਦੇ ਦੱਬੇ ਕੁਛ ਦੇ ਲੋਕ ਜਾਂ ਹਾਸ਼ੀਆਗ੍ਰਸਤ ਨੂੰ ਕਲਾਵੇ 'ਚ ਲੈਣ ਦੀ ਜਿਹੜੀ ਸੋਚ ਆ ਉਸ ਦੇ ਬਿਲਕੁਲ ਉਲਟ ਨੇ। ਸੋ ਉਹਨਾਂ ਨੂੰ ਤਾਂ ਇਹ ਸਗੋਂ ਸੋਚ ਛੂਟ ਪੈਂਦੀ ਹੈ। ਬਿਲਕੁਲ। ਸੋ ਅੱਜ ਜਦੋਂ ਕਾਰਪੋਰੇਟ ਘਰਾਣੇ ਦਾ ਬੋਲਬਾਲਾ ਉੱਥੇ ਹੋ ਗਿਆ ਤੇ ਮਨੂਵਾਦੀ ਸੋਚ ਪਹਿਲਾਂ ਹੀ ਇੱਦਾਂ ਦੀ ਆ ਤੇ ਗਵਾਰੇ ਨਹਿਰੇ ਨੇ ਉਹਨਾਂ ਦੇ। ਸੋ ਇਸ ਕਰਕੇ ਇਸ ਸੱਚਾਈ ਨੂੰ, ਇਸ ਡਿਫਿਕਲਟੀ ਨੂੰ, ਇਸ ਮੁਸ਼ਕਿਲ ਨੂੰ ਸਮਝੋ, ਪਛਾਣੋ ਔਰ ਯਤਨ ਕਰੋ ਕਿ ਕਿਹੜੇ ਤੁਹਾਡੇ ਦੁਸ਼ਮਣ ਨੇ ਉਹਨਾਂ ਦੀ ਪਛਾਣ ਕਰਨ ਦੀ ਔਰ ਪਛਾੜੋ ਉਹਨਾਂ ਨੂੰ। ਬਹੁਤ ਧੰਨਵਾਦ ਜੀ, ਸ਼ੁਕਰੀਆ। ਬਹੁਤ ਸ਼ੁਕਰੀਆ ਜੀ। ਅਖੀਰ ਦੇ ਵਿੱਚ ਜੇਕਰ ਅਸੀਂ ਸੱਚਮੁੱਚ ਪੰਜਾਬ ਨੂੰ ਨਾਨਕ ਦੇ ਖਾਬ ਦਾ ਪੰਜਾਬ ਸਿਰਜਣਾ
ਤੇ ਉਸ ਲਈ ਸਾਨੂੰ ਬੇਗਮਪੁਰੇ ਦਾ ਸੰਕਲਪ ਦੇਖਣਾ ਪਏਗਾ। ਬੇਗਮਪੁਰੇ ਦੇ ਸੰਕਲਪ ਦੇ ਅਨੁਸਾਰ ਪੀੜਤ ਵਰਗ ਦੀ ਬਾਹ ਫੜਨੀ ਪਏਗੀ, ਜਿਸ ਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸਾਡਾ ਮੋਹਰੇ ਪੱਖ ਕੀ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਇਹ ਹੈ ਪੀੜਤ ਨੂੰ ਆਪਣੇ ਕਲਾਵੇ 'ਚ ਲੈਣਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਸੋਚ ਜਿਹੜੀ ਹੈ ਇਹੀ ਪੰਜਾਬ ਦੀ ਅਸਲ ਸੋਚ ਹੈ। ਸੋ ਇਹ ਗੱਲ ਸਿਧਾਂਤਕ ਪੱਖੋਂ ਹੈ ਕਿ ਜੋ ਕਿਸੇ ਕਿਸਮ ਦਾ ਹਮਲਾ ਹੁੰਦਾ ਤੇ ਉਸ ਦਾ ਰਿਸਪੌਂਸ, ਚੈਲੰਜ ਐਂਡ ਰਿਸਪੌਂਸ ਦੀ ਥਿਊਰੀ ਹੈ ਜਿਹੜੀ, ਉਹਦੇ ਤੇ ਅੱਜ ਗੌਰ ਕਰੀਏ। ਦੀਪ ਸਿੱਧੂ ਵੀ ਇਸੇ ਸਿਧਾਂਤ ਦੇ ਅਨੁਸਾਰ ਉੱਭਰਿਆ ਤੇ ਉਸ ਦਾ ਇਸੇ ਸਿਧਾਂਤ ਅਨੁਸਾਰ ਹੀ ਅੱਜ ਪੂਰਾ ਫੈਲਾਅ ਹੋ ਰਿਹਾ ਕਿ ਜੋ ਚੈਲੰਜ ਪੰਜਾਬ ਦੀ ਹੋਣੀ ਦਾ ਹੈ, ਆਓ ਆਪਣੀ ਵਿਰਾਸਤ ਨੂੰ ਦੇਖਦੇ ਹੋਏ ਉਸ ਚੈਲੰਜ ਨੂੰ ਰਿਸਪੌਂਸ ਦਈਏ, ਪ੍ਰਤੀਕਿਰਿਆ ਦਈਏ ਤੇ ਉਸ ਪ੍ਰਤੀਕਿਰਿਆ ਦੇ ਵਿੱਚੋਂ ਅਸਲੀ ਪੰਜਾਬ ਨੂੰ ਸਾਂਭੀਏ। ਉਹ ਪੰਜਾਬ ਮੁੜ ਕੇ ਪੰਜਾਬ ਸਾਜੀਏ, ਨਾਨਕ ਦੇ ਖਾਬ ਦਾ। ਇਹ ਸੋਚ ਨੂੰ ਲੈ ਕੇ ਚੱਲੀਏ। ਇਹਨਾਂ ਸਾਰੇ ਸ਼ਬਦਾਂ ਦੇ ਨਾਲ ਹੀ ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।